KRPI 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:37 ਹੋਏ ਨੇ। 22 ਨਵੰਬਰ ਦਾ ਦਿਨ ਹੈ, ਵਰਾ 2021 ਦਾ, ਸੋਮਵਾਰ ਹੈ। 7 ਮੱਘਰ ਨਾਨਕ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ ਜੀ ਸਵੀਤ ਸੁਲਝਦੇ ਮਸਲਿਆਂ ਤੇ ਗੱਲਬਾਤ ਹੋਏਗੀ। ਗੱਲਬਾਤ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ, ਉਹਨਾਂ ਦੇ ਉਪਦੇਸ਼ਾਂ ਦੀ ਗੱਲ, ਕਿਉਂਕਿ ਦੁਨੀਆ ਭਰ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ। ਹਾਲਾਂਕਿ ਜਿਹੜੀ ਪੁਰਾਣੀ ਸਾਖੀ ਹੈ, ਪੁਰਾਤਨ ਸਾਖੀ ਹੈ, ਜਾਂ ਫਿਰ ਹੁਣ ਦੇ ਹਿਸਾਬ ਦੇ ਨਾਲ ਪੁਰੇਵਾਲ ਵੱਲੋਂ ਬਣਾਏ ਕੈਲੰਡਰ ਦੇ ਹਿਸਾਬ ਨਾਲ ਪੁਰਾਤਨ ਜਨਮ ਸਾਖੀ ਹੈ, ਮਿਹਰਬਾਨ ਦੀ ਸਾਖੀ ਹੈ, ਭਾਈ ਮਨੀ ਸਿੰਘ ਦੀ ਸਾਖੀ ਤੇ ਮਹਿਮਾ ਪ੍ਰਕਾਸ਼ ਇਹ ਤਰੀਕਾ ਦੱਸਦੇ ਨੇ ਕਿ ਅਪ੍ਰੈਲ ਦਾ ਸਮਾਂ 15 ਅਪ੍ਰੈਲ ਹੈ। ਪਰ ਚਲੋ ਇਸ ਨੂੰ ਆਪਾਂ ਹੁਣ ਤਾਂ ਨਹੀਂ ਕੁਛ ਕਰ ਸਕਦੇ, ਜਿਵੇਂ ਸਿਆਣਿਆਂ ਨੇ ਕਰਨਾ। ਸਮੇਲ ਵੀ ਉਸ ਤਰ੍ਹਾਂ ਹੀ ਬਣਦਾ। ਜੇ ਵਿਸਾਖੀ ਦੇ ਦਿਨ ਦੀ ਗੱਲ ਕਰੀਏ, ਖਾਸ ਸਾਜਨਾ ਦਿਵਸ ਦੀ ਗੱਲ ਕਰੀਏ, ਤੇ ਪਹਿਲੇ ਪਾਤਸ਼ਾਹਾਂ ਵੱਲੋਂ ਆਪਣੀ ਬਾਣੀ ਤੋਂ ਬਾਅਦ ਨਾਨਕ ਲਿਖਣ ਦੀ ਗੱਲ ਜੇ ਕਰੀਏ ਤਾਂ ਇੱਕੋ ਹੀ ਜੋਤ ਹੈ, ਦੇਹ ਪਲਟਦੀ ਹੈ। ਜੋਤ ਇੱਕੋ ਹੀ ਹੈ ਜਿਹੜੀ ਪਹਿਲੇ ਸੱਚ ਦੀ ਖੜਗ ਚੱਕੀ ਸਾਹਿਬ ਨੇ ਉਸ ਖੜਗ ਨੂੰ ਸੰਪੂਰਨ ਕਰ ਦਿੱਤਾ। 10ਵੇਂ ਪਾਤਸ਼ਾਹ ਨੇ ਬਾਟੇ ਦੇ ਵਿੱਚ ਜਿਹੜਾ ਘੋਲ ਕੇ ਤੇ ਅੰਮ੍ਰਿਤ ਦੀ ਜਿਹੜੀ ਵਿਧੀ ਆ ਉਹ ਪੂਰੀ ਕਰ ਦਿੱਤੀ। ਸਾਹਿਬ ਦੇ ਉਪਦੇਸ਼ ਕੀ ਨੇ ਸਾਡੀ ਜ਼ਿੰਦਗੀ ਦੇ ਵਿੱਚ, ਇਸ ਤੇ ਮੈਂ ਕੁਝ ਮੁਲਾਂਕਣ ਕਰਨਾ ਚਾਹੁੰਦਾ, ਤੁਸੀਂ ਵੀ ਸ਼ਾਮਲ ਹੋਣਾ। ਇਹ 12:40 ਹੋਏ ਨੇ। 7:40 ਸਵੇਰ ਦੇ ਸਿਡਨੀ ਦੇ ਵਿੱਚ ਨੇ, ਆਸਟ੍ਰੇਲੀਆ ਦੇ ਵਿੱਚ, ਮੰਗਲਵਾਰ ਨੇ। ਕਹਿੰਦੇ ਗੁਰੂ ਨਾਨਕ ਸਾਹਿਬ ਦਾ ਜਦ ਪ੍ਰਕਾਸ਼ ਹੋਇਆ, ਬਚਪਨ ਦੇ ਵਿੱਚ ਤਾਰੀਖ ਪੰਜਾਬ ਦਾ ਲਿਖਾਰੀ ਕਨ੍ਹਈਆ ਲਾਲ ਲਿਖਦਾ ਹੈ ਕਿ ਆਮ ਬੱਚਿਆਂ ਵਾਲੀਆਂ ਗੱਲਾਂ ਨਹੀਂ ਸੀ ਹੈ, ਜਿਹੜੀ ਛੋਟੀ ਉਮਰੇ ਨਾਨਕ ਜੀ ਦੀਆਂ। ਪਹਿਲਾਂ ਤਾਂ ਗੱਲ ਹੈ ਵੀ ਨਾਨਕ ਦੇ ਅਰਥ ਨਹੀਂ ਮਿਲਦੇ, ਤੁਹਾਨੂੰ ਲੱਭ ਲਓ ਕਿਤੇ ਵੀ। ਪਰ ਭਾਈ ਵੀਰ ਸਿੰਘ ਨੇ ਆੜਾ ਲਾ ਕੇ, ਨੰਨੇ ਦੇ ਕੰਨੇ ਦੇ ਜਗ੍ਹਾ ਆੜਾ ਲਾ ਕੇ, ਦੂਜੇ ਨੰਨੇ ਨਾਲ ਆੜਾ ਲਾ ਕੇ, ਇਸ ਨੂੰ ਦੁੱਖਾਂ ਤੋਂ ਰਹਿਤ ਇੱਕ ਜਿਹੜਾ ਸ਼ਬਦ ਬਣਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਬਚਪਨ ਦੇ ਵਿੱਚ ਹੀ ਕਹਿੰਦੇ ਜਦ ਉਹ ਵੇਖਦੇ ਜਾਂ ਕਿਸੇ ਵੱਲ ਝਾਕਦੇ ਤਾਂ ਉਹਨਾਂ ਦੀ ਨਜ਼ਰ ਜਾ ਪੈਂਦੀ, ਤਾਂ ਉਹਦੇ ਵਿੱਚ ਇਸ ਤਰ੍ਹਾਂ ਲੱਗਦਾ ਬਈ ਬਹੁਤ ਜਿਵੇਂ ਕੋਈ ਸਿਆਣਾ ਬੈਠਾ। ਆਂਦੇ ਪਾਸ ਜਦ ਭੇਜੇ ਤਾਂ ਆਂਦੇ ਨੇ ਸਈਦ ਹਸਨ ਨਾਮੀ ਮੌਲਵੀ ਸੀ, ਜਿਹਦੇ ਕੋਲ ਗੁਰੂ ਨਾਨਕ ਸਾਹਿਬ ਨੇ ਫਾਰਸੀ ਅੱਖਰਾਂ ਦੀ ਵਿਦਿਆ ਪ੍ਰਾਪਤ, ਤੇ ਉਸਤਾਦ ਸੀ ਜਿਹੜੇ ਉਹ ਬਚਨ ਸੁਣ ਕੇ ਆਪ ਜੀ ਦੀ ਜਿਹੜੀ ਭੈਣ ਸੀ ਵੱਡੀ, ਬੀਬੀ ਨਾਨਕੀ 5 ਸਾਲ ਆਪ ਨਾਲੋਂ ਵੱਡੀ ਸੀ, ਜੈ ਰਾਮ ਜੀ ਨਾਲ ਸੁਲਤਾਨਪੁਰ ਲੋਧੀ। ਹੁਣ ਜਦ ਪਿੰਡਾਂ 'ਚ ਜਾਂਦੇ ਹੋ ਨਾ, ਪੰਜਾਬ ਜਾਂਦੇ ਹੋ, ਤਾਂ ਇੱਕ ਕੰਮ ਜ਼ਰੂਰ ਕਰਿਆ ਕਰੋ, ਜਿੱਥੇ ਸਾਹਿਬ ਨੇ ਚਰਨ ਪਾਏ ਨੇ ਕੋਸ਼ਿਸ਼ ਕਰਿਆ ਕਰੀਏ ਆਪਾਂ। ਵੱਡਿਆਂ ਸਥਾਨਾਂ 'ਚ ਤਾਂ ਆਪਾਂ ਜਾਏ ਆਉਂਦੇ ਹਾਂ ਵੀ ਇੱਥੇ ਜਾਇਆ ਇੱਥੇ, ਪਰ ਜਿੱਥੇ ਸਾਹਿਬ ਆਪ ਗਏ ਨੇ ਉਸ ਜਗ੍ਹਾ ਤੇ ਕੋਸ਼ਿਸ਼ ਕਰਿਆ ਕਰੀਏ ਜਾਣ। ਜੰਜੂਆਂ ਦੀ ਜਿਹੜੀ ਰਸਮ ਹੈ ਉਸ ਸਮੇਂ ਬਹੁਤ ਵੱਡੀ ਰਸਮ ਸੀ। ਜੰਜੂ ਆਮ ਰਸਮ ਨਹੀਂ ਸੀ। ਜੰਜੂ ਜਿਹੜੇ ਨੇ ਬ੍ਰਾਹਮਣ ਦੇ 3 ਤੇ ਖੱਤਰੀ ਦੇ 2, ਵੈਸ਼ ਦਾ 1 ਸ਼ੂਦਰ ਨੂੰ ਪੈਂਦੇ ਨਹੀਂ ਸੀ। ਤੇ ਉਹ ਜੰਜੂ ਦੀ ਰਸਮ 9 ਸਾਲ ਦੀ ਉਮਰ ਆ। ਦੇਖੋ ਤੁਸੀਂ ਕੁਦਰਤ ਦੇ ਮੇਲ ਕੀ ਨੇ। 9 ਸਾਲ ਦੀ ਉਮਰ ਦੇ ਵਿੱਚ ਪਹਿਲੀ ਜੋਤ ਦੇ ਮਾਲਕ ਉਹ ਜੰਜੂ ਨੂੰ ਕਹਿ ਕੇ ਬ੍ਰਾਹਮਣ ਨੂੰ ਸਮਝਾਉਂਦੇ ਆ ਵੀ ਇਹ ਨਹੀਂ ਗੱਲ, ਉਹ ਕਰ ਜਿਹੜੀ ਸਹੀ। ਉਸ ਦੀ 9 ਸਾਲ ਦੀ ਉਮਰ ਦੇ ਵਿੱਚ ਸੱਚ ਦਾ ਪਹਿਰਾ ਦੇ ਕੇ ਵਿਰੋਧਤਾ
10ਵੀਂ ਜੋਤ 'ਚ ਜਾ ਕੇ 9 ਸਾਲ ਦੀ ਉਮਰ ਦੇ ਵਿੱਚ ਪਿਤਾ ਨੂੰ ਭੇਜ ਰਹੇ ਨੇ ਸਾਹਿਬ ਆਲਮ ਕੇ ਹੁਣ ਜੰਜੂ ਬਚਾ ਲਿਓ ਜਾ ਕੇ। ਦੇਖੋ ਕੁਦਰਤ, ਇਸ ਘਰ ਦੀ ਕਹਾਣੀ ਕੀ ਹੈ। ਠੀਕ ਹੈ, ਅੱਜ ਗੱਲਾਂ ਜਿਹੜੀਆਂ ਬੜੀਆਂ ਚੱਲਦੀਆਂ ਨੇ ਬਈ ਇਹ ਹੋ ਗਿਆ ਸਿੱਖੀ, ਜੇ ਜੀ ਮੁੱਕ ਜੂ ਤੇ ਜੇ ਮੁੱਕਣ ਮੱਕਣ ਵਾਲੀਆਂ ਕਹਾਣੀਆਂ ਹੈ ਨਹੀਂ। ਤੇ ਮਰਦਾਨੇ ਨਾਲ ਮੇਲ ਹੁੰਦਾ। ਮਰਦਾਨੇ ਉਹਨੀ ਦੂਮ ਮਰਾਸੀ ਜਾਤ ਦੇ ਵਿੱਚੋਂ ਖੱਤਰੀਆਂ ਦਾ ਮੁੰਡਾ, ਮਰਦਾਨੇ ਨਾਲ ਪਿਆਰ। ਤੇ ਤਲਵੰਡੀ ਦੇ ਵਿੱਚ ਮਰਦਾਨਾ ਜੀ ਨਾਲ ਮੇਲ ਹੁੰਦਾ। ਮਰਦਾਨਾ ਦਾ ਨਾਂ ਦਾਨਾ ਸੀ, ਸਾਹਿਬ ਨੇ ਤਾਂ ਮਰਦਾਨਾ ਸਾਹਿਬ ਨੇ ਨਾਂ ਰੱਖਿਆ। ਤੇ ਆਪ ਬਣਾ ਕੇ ਰਵਾਬ ਦਿੱਤੀ, ਆਪ ਹੀ 6 ਤਾਰਿਆਂ ਦੀ ਰਵਾਬ ਦੇ ਨਾਲ ਕੀਰਤਨ ਕਰਦੇ। 15 ਸਾਲ ਦੀ ਉਮਰ ਦੇ ਵਿੱਚ ਵਿਆਹ ਹੁੰਦਾ। ਮੈਂ ਤਾਂ ਥੋੜਾ ਜਿਹਾ ਛੇਤੀ ਦੱਸ ਰਿਹਾ ਕਿ ਆਪਾਂ ਅਸਲ ਗੱਲ ਤੇ ਆਈਏ। ਤੇ ਅੱਜ ਮੈਂ ਤੁਹਾਨੂੰ ਉਦਾਸੀਆਂ ਵੀ ਉਹਨਾਂ ਦੀਆਂ, ਯਾਤਰਾਵਾਂ ਦੀ ਵੀ ਕੁਛ ਗੱਲ ਥੋੜੀ ਜਿਹੀ ਕਰਨੀ ਚਾਹੀਦੀ। ਸੱਚੇ ਸੌਦੇ ਦੀ ਗੱਲ, ਅਹਿਮਦਾਬਾਦ ਲੋਧੀ ਡਾਇਨੈਸਟੀ ਦਾ ਰਾਜ ਹੈ। ਇਹ 13 ਜਦ ਹੁੰਦੀ ਆ ਗੱਲ ਤਾਂ ਕਹਾਣੀ ਜਦ ਚੱਲੀ ਵੀ ਇਹ ਹੋ ਕੀ ਰਿਹਾ ਜੀ, ਘਟ ਗਿਆ ਜੀ, ਵੱਧ ਗਿਆ। ਉਸ ਸਮੇਂ ਦੇ ਸਮੇਂ 700 ਕੁਛ ਰੁਪਈਏ ਗੁਰੂ ਸਾਹਿਬ ਦੇ ਵੱਧ ਗਏ। ਉਸ ਸਮੇਂ ਦੀ ਸਰਕਾਰ ਅਹਿਮਦਾਬਾਦ ਦੀ, ਸੌਰੀ ਸੁਲਤਾਨਪੁਰ ਦੀ, ਛੱਡ ਦਿੱਤਾ। ਤੇ ਬੇਈ ਦੇ 3 ਦਿਨਾਂ ਦਾ ਜਿਹੜਾ ਸੰਗਤਾਂ ਤੋਂ ਪਰੇ ਜਾਣ ਦੀ ਗੱਲ, ਉਹ ਬੇਈ ਦੇ ਵਿੱਚ ਸਮਾਏ ਨੇ ਜਾਂ ਬੇਈ ਤੇ ਕਿਤੇ ਬੈਠੇ ਨੇ, ਇਹ ਤਾਂ ਗੱਲਾਂ ਸਾਡੀਆਂ ਕਰਨ ਦੀਆਂ ਵਿੱਚ ਟੁੱਬੀ ਮਾਰੀ। ਇਸ ਤਰ੍ਹਾਂ ਗੱਲ ਇਹ ਸੀ ਕਿ ਬੇਈ ਦੇ ਵਿੱਚੋਂ ਜਦ ਵਾਪਸ ਆਏ ਨੇ ਤਾਂ ਉਹ ਗੱਲ ਸਮਝ ਗਏ ਵੀ ਨਹੀਂ, ਹੁਣ ਇਸ ਜਗ੍ਹਾ ਤੇ ਮੇਰਾ ਸਥਾਨ ਨਹੀਂ। ਤੇ ਹੁਣ ਮੈਂ ਇਹ ਗੱਲ ਕਰਨੀ ਹੈ। ਪੁਰਾਤਨ ਜਨਮ ਸਾਖੀ ਦੇ ਵਿੱਚ ਕਹਿੰਦੇ ਜਦ ਮੇਲ ਹੋਇਆ ਸਾਹਿਬ ਨਾਲ, ਰੱਬ ਨਾਲ, ਉਹ ਕਹਿੰਦੇ ਨਾਨਕ ਮੈਂ ਤੇਰੇ ਕੋਲ ਆ, ਮੈਂ ਤੇਰੇ ਤਾਈਂ ਨਿਹਾਲ ਕੀਆ ਹੈ, ਤੂੰ ਜਾਇ ਕਰ ਮੇਰਾ ਨਾਮ ਜਪ ਔਰ ਲੋਕਾਂ ਤਾਈਂ ਵੀ ਜਪਾਏ। ਸੰਸਾਰ ਥੀ ਨਿਰਲੇਪ ਰਹੋ, ਨਾਮਦਾਨ ਇਸ਼ਨਾਨ ਸੇਵਾ ਸਿਮਰਨ ਵਿੱਚ ਰਹੋ, ਮੈਂ ਤੇਰੇ ਤਾਈਂ ਆਪਣਾ ਨਾਮ ਦਿਆ ਹੈ, ਤੂੰ ਇਹ ਕਿਰਤ ਕਰ। ਤੇ ਬਸ ਜਿਹੜਾ ਪਹਿਲਾ ਸਭ ਤੋਂ ਵੱਡਾ ਜਿਹੜੇ ਸ਼ਬਦ ਨੇ, ਜਿਹੜੇ ਲੋਕਾਂ ਨੂੰ ਦਿੱਤੇ ਵੀ ਨਾ ਕੋ ਹਿੰਦੂ ਨਾ ਮੁਸਲਮਾਨ, ਬਸ ਪੈ ਗਿਆ ਰੌਲਾ। ਲੋਕ ਕਹਿਣ ਕਚਹਿਰੀਆਂ ਦੇ ਵਿੱਚ ਹਾਜ਼ਰ, ਅਦਾਲਤਾਂ ਦੀਆਂ ਗੱਲਾਂ, ਤੇ ਉਹਦੇ ਚ ਸਵਾਲ ਹੋ ਗਏ ਵੀ ਤੂੰ ਇਹ ਕਿਵੇਂ ਕਹਿ ਰਿਹਾ, ਸਾਡਾ ਵੱਡਾ ਧਰਮ ਡਾਇਨੈਸਟੀ ਉਹਨਾਂ ਦੀ ਮੁਸਲਮਾਨਾਂ ਦੀ, ਨਮਾਜ਼ਾਂ ਪੜ੍ਹਦੇ ਕਾਜ਼ੀ ਨੇ ਜਦ ਦੱਸਿਆ ਵੀ ਤੂੰ ਤਾਂ ਘੋੜਿਆਂ ਦਾ ਫਿਰਦਾ ਪਿੱਛੇ ਗੇੜੇ ਕੱਢਦਾ ਵੀ ਘੋੜੀ ਸੂਪੀ, ਤੇਰੇ ਬਸ ਦੀਆਂ ਗੱਲਾਂ ਨੇ। ਬਸ ਉੱਥੋਂ ਫਿਰ ਜਿਹੜੀਆਂ ਅਦਾਸੀਆਂ ਸ਼ੁਰੂ ਹੁੰਦੀਆਂ ਨੇ। ਪਹਿਲੀ ਉਦਾਸੀ ਹੈ ਜਿਹੜੀ 1507 ਤੋਂ ਲੈ ਕੇ 1515 ਤੱਕ ਹੈ। ਪਹਿਲੀ ਉਦਾਸੀ ਦਾ ਪਹਿਲਾ ਪੜਾਅ ਜਿਹੜਾ ਬਿਆਸ ਪਾਰ ਕਰਕੇ ਸੁਲਤਾਨਪੁਰ ਤੋਂ ਐਮਨਾਬਾਦ ਦੇ ਵਿੱਚ ਹੈ, ਜਿੱਥੇ ਭਾਈ ਲਾਲੋ ਨੂੰ ਤੇ ਮਲਕ ਭਾਗੋ ਦੀ ਗੱਲ ਜਿਹੜੀ ਚੱਲਦੀ। ਫਿਰ ਉਹ ਤਰਨਤਾਰਨ ਆਉਂਦੇ ਨੇ, ਤਰਨਤਾਰਨ ਤੋਂ ਲਾਹੌਰ ਤੋਂ ਫਿਰ ਹਰਿਦੁਆਰ ਜਾਂਦੇ ਨੇ, ਜਿੱਥੇ ਫਿਰ ਸੂਰਜ ਨੂੰ ਪਾਣੀ ਦੀ ਗੱਲ ਚੱਲਦੀ। ਹਰ ਇੱਕ ਗੱਲ ਦੇ ਵਿੱਚ ਇਹ ਤਾਂ ਕਹਿ ਦਿੰਦੇ ਨੇ ਆਪਾਂ ਤਾਂ ਆਪਣੇ ਤਰੀਕੇ ਦੇ ਨਾਲ ਸੋਚਦੇ ਹਾਂ। ਕੋਈ ਉਹਨਾਂ ਨੂੰ ਪੁਰਖ ਕਹਿ ਰਿਹਾ, ਕੋਈ ਉਹਨਾਂ ਨੂੰ ਤਰਕਸ਼ੀਲ ਕਹਿ ਰਿਹਾ। ਸਾਡਾ ਜਿੱਥੇ ਸਾਨੂੰ ਸੂਤ ਲੱਗਦਾ ਨਾ, ਉਹ ਸਾਨੂੰ ਵਧੀਆ ਜਿਹੜੀ ਚੀਜ਼, ਉਹ ਗੁਰੂ ਨਾਨਕ ਵਰਗਾ ਤਰਕਸ਼ੀਲ ਨਹੀਂ ਸੀ ਕੋਈ, ਕਿਉਂਕਿ ਸਾਡੀ ਜਿਹੜੀ ਵਿਚਾਰਧਾਰਾ ਜਿਹਦੇ ਚ ਅਸੀਂ ਆ, ਸਾਨੂੰ ਉਹ ਵਧੀਆ ਲੱਗਦਾ। ਕੋਈ ਫਿਲਾਸਫਰ ਕਹਿ ਰਿਹਾ, ਕੋਈ ਫੋਟੋਆਂ ਬਾਹ ਕੇ 150 ਸਾਲ ਪਹਿਲਾਂ ਭਾਈ ਟੋਭਾ ਸਿੰਘ ਨੇ ਸਰ ਦਾ ਖਿਤਾਬ ਲੈ ਲਿਆ ਗੋਰਿਆਂ ਲਈ ਬਣਾ ਕੇ, ਤੇ ਜਦ ਉਹਦਾ ਉਦਘਾਟਨ ਹੋਇਆ ਬਣਾਈ ਹੋਈ ਚਿੱਤਰ ਦੇ ਕੋਲ ਜਾ ਕੇ ਭਾਈ ਸਾਹਿਬ ਭਾਈ ਵੀਰ ਸਿੰਘ ਖੜ ਕੇ ਕਹਿੰਦੇ ਇਹ ਮੇਰਾ ਨਾਨਕ ਨਹੀਂ ਹੈ, ਤੁਸੀਂ ਜਿਹੜਾ ਇਹ ਦਿਖਾਇਆ ਕਿਤੇ ਬਜ਼ੁਰਗੇ ਸਨ, ਉਹ ਕੀ ਇਹੋ ਜਿਹੇ ਸੀ, ਉਹ ਕੀ ਇਹੋ ਜਿਹੇ ਕੱਪੜੇ, ਇਹੋ ਜਿਹੇ ਲਿਬਾਸ। ਤੁਹਾਨੂੰ ਪਤਾ ਹੈ ਵੀ ਦੁਨੀਆ ਨੂੰ ਸੋਧਣ ਲਈ, ਧਰਤੀ ਨੂੰ ਸੋਧਣ ਦੇ ਲਈ ਉਹਨਾਂ ਨੇ ਘਰ-ਬਾਰ ਛੱਡਿਆ, ਵੱਡੀਆਂ 4 ਉਦਾਸੀਆਂ ਕੀਤੀਆਂ, ਬਜ਼ੁਰਗੀ ਦੇ ਵਿੱਚ ਆ ਕੇ ਹਲ ਚਲਾਏ।
ਇਹ ਫੋਟੋਆਂ ਜਿਹੜੀਆਂ ਲਾਲੀਆਂ ਝਗੜਦੀਆਂ ਤੇ ਹੱਥ ਦੇ ਵਿੱਚ ਤੇ ਕਮਲ ਤੇ ਜੇ ਤੇ ਬੋ, ਭਾਈ ਵੀਰ ਸਿੰਘ ਨੇ ਕਿਹਾ ਸੀ ਸਰ ਸੋਭਾ ਸਿੰਘ ਨੂੰ ਵੀ ਇਹ ਨਾਨਕ ਨਹੀਂ ਮੇਰਾ ਹੈ। ਹਰਿਦੁਆਰ ਤੋਂ ਬਾਅਦ ਫਿਰ ਨਾਨਕ ਮਤੇ ਗਏ ਨੇ, ਗੋਰਖ ਮਤੇ। ਜੇ ਤੁਸੀਂ ਸਰੈਂਡਰ ਕਰਦੇ ਹੋ ਤਾਂ ਧਰਮ ਦਾ ਸਥਾਨ ਦਾ ਨਾਂ ਬਦਲਦੇ ਹੋ। ਗੋਰਖ ਮਤਾ ਸੀ, ਨਾਂ ਜੀ ਦਾ ਨਾਨਕ ਮਤਾ। ਹਰਿਦੁਆਰ ਤੋਂ ਗੜਵਾਲ ਦੀ ਰਾਜਧਾਨੀ ਸ਼੍ਰੀਨਗਰ, ਇਹ ਸ਼੍ਰੀਨਗਰ ਗੜਵਾਲ ਦੀ ਰਾਜਧਾਨੀ। ਜਦ ਤੁਸੀਂ ਰਿਸ਼ੀਕੇਸ਼ ਤੋਂ ਉੱਪਰ ਨੂੰ ਜਾਂਦੇ ਹੋ ਬਦਰੀਨਾਥ ਨੂੰ ਤੇ ਆਪਣੇ ਹੇਮਕੁੰਟ ਸਾਹਿਬ, ਉਹਦੇ ਵਿੱਚ ਸ਼੍ਰੀਨਗਰ। ਤੇ ਉੱਥੇ ਰਾਜਾ ਵਿਜੇ ਪ੍ਰਕਾਸ਼ ਰਾਜਾ ਜਾਤ ਪੁੱਛਦਾ ਜਦ ਕਿ ਹਵੇ ਮੇਰੀ ਕੋਈ ਜਾਤ ਨਹੀਂ, ਤੂੰ ਸਾਹਿਬ ਹੋ ਸਾਂਗੀ ਤੇਰਾ ਪ੍ਰਣਵੇ ਨਾਨਕ ਜਾਤ ਕੈਸੀ। ਕੋਟਦੁਆਰ ਬਦਰੀਨਾਥ ਅਲਮੋੜਾ ਤੁਸੀਂ ਇਹ ਦੇਖਿਓ, ਮਹਿਸੂਸ ਕਰਿਓ ਬਈ ਜਗ੍ਹਾ ਕਿਹੜੀਆਂ ਕਿਹੜੀਆਂ। ਉਹਦੇ ਬਾਅਦ ਗੋਰਖ ਮਤੇ ਆਉਂਦੇ ਨੇ, ਕੰਨ ਪਾਟੇ ਜੋਗੀਆਂ ਦਾ ਸਥਾਨ ਹੈ। ਭੰਗਰਨਾਥ ਨੇ ਸ਼ਰਾਬ ਦਾ ਪਿਆਲਾ ਜਦ ਭੇਜਿਆ ਤੇ ਸਾਹਿਬ ਨੇ ਕਿਹਾ ਇਹਨੂੰ ਪੀਤਿਆਂ ਲਿਵ, ਜਿਹੜੀ ਭੰਗਰ ਕਹਿੰਦਾ ਇਹਨੂੰ ਪੀਤਿਆਂ ਲਿਵ ਜੁੱਟਦੀ ਹੈ। ਤੇ ਗੁਰੂ ਸਾਹਿਬ ਨੇ ਕਿਹਾ ਬਈ ਨਸ਼ਿਆਂ ਨਾਲ ਨਹੀਂ ਲਿਵ ਜੁੜਦੀ। ਤੇ ਇਹ ਤਾਂ ਈਦ ਤੋਂ ਬਾਅਦ ਵਿਕਾਰ ਆਉਂਦੇ ਨੇ ਤੇ ਚਮਤਕਾਰਾਂ ਦੀ ਗੱਲ ਚੱਲ ਗਈ। ਗੋਦੜੀਆਂ, ਮਿਰਗਸ਼ਾਲਾ, ਕਰਮੰਡਲ ਹਵਾ ਚੜਾ ਦਿੱਤੇ ਤੇ ਕਦੇ ਹਨੇਰੀਆਂ, ਗੜੇ, ਮੀਂਹਾਂ ਦੀ ਗੱਲ ਜਿਹੜੀ ਚੱਲੀ। ਤੇ ਸਾਹਿਬ ਨੇ ਨੂੰ ਸਮਝਾਇਆ ਵੀ ਜਿਹੜਾ ਤੂੰ ਕੁਛ ਕਰਦਾ ਇਹਦੇ ਚ ਕੁਛ ਨਹੀਂ। ਫਿਰ ਉੱਥੋਂ ਪ੍ਰਯਾਗ ਨੂੰ ਹਰਿਦੁਆਰ ਕਹਿੰਦੇ, ਆਪਣੇ ਕਹਿੰਦੇ ਆ ਇਲਾਹਾਬਾਦ, ਉਸ ਤੋਂ ਬਾਅਦ ਬਨਾਰਸ, ਬਰੇਲੀ, ਲਖਨਊ, ਕਾਨਪੁਰ ਹੁੰਦੇ ਜਦ ਇਲਾਹਾਬਾਦ ਪਹੁੰਚੇ ਜਿਹਨੂੰ ਪ੍ਰਯਾਗ ਕਹਿੰਦੇ ਨੇ। ਉਹਦੇ ਤੋਂ ਬਨਾਰਸ ਚਲੇ ਗਏ, ਬਹੁਤ ਵੱਡਾ ਸਥਾਨ ਹੈ। ਤੇ ਫਿਰ ਭਗਤ ਰਵਿਦਾਸ ਜੀ ਨੂੰ ਮਿਲਦੇ, ਭਗਤ ਕਬੀਰ ਜੀ ਨਾਲ ਮਿਲਣੀ। ਬਨਾਰਸ ਤੋਂ ਗਇਆ ਆਉਂਦੇ ਨੇ, ਬਿਹਾਰ ਦਾ ਬਹੁਤ ਵੱਡਾ ਸ਼ਹਿਰ ਹੈ। ਇੱਥੋਂ ਹੀ ਜੈਦੇਵ ਦਾ ਪਿੰਡ ਹੈ। ਉਹਦੇ ਤੋਂ ਬਾਅਦ ਸਿਲਹਟ, ਜਦ ਗਿਆ ਪਹੁੰਚਦੇ ਨੇ ਬਨਾਰਸ ਤੋਂ ਅੱਗੇ, ਉੱਥੋਂ ਫਿਰ ਪਟਨਾ ਸਾਹਿਬ ਜਾਂਦੇ। ਪਟਨਾ ਸਾਹਿਬ ਤੋਂ ਰਾਜਗੀਰ, ਹਾਜੀਪੁਰ, ਮੁੰਗੇਰ, ਭਾਗਲਪੁਰ, ਸਾਹਿਬਗੰਜ, ਰਾਜ ਮਹਿਲ ਨਗਰਾਂ ਤੋਂ ਹੁੰਦੇ ਹੋਏ ਮਾਲਦਾ ਪਹੁੰਚਦੇ ਨੇ। ਮਾਲਦਾ ਬਹੁਤ ਵੱਡਾ ਸ਼ਹਿਰ ਹੈ ਵੈਸਟ ਬੰਗਾਲ ਦਾ। ਮਾਲਦਾ ਤੋਂ ਕਿਸ਼ਨ ਨਗਰ, ਸ਼ਾਹਜਾਦਪੁਰ, ਕਿਸ਼ਨ ਨਗਰ, ਬਿਲਕੁਲ ਕਲਕੱਤੇ ਤੋਂ ਸਿਲੀਗੁੜੀ ਵਾਲੀ ਸੜਕ ਤੇ ਕਿਸ਼ਨਗੰਜ ਤੇ ਖੱਡੇ ਬਹੁਤ ਮਸ਼ਹੂਰ ਸੀ, ਵੱਡੇ ਖੱਡੇ ਸੀ, ਉੱਥੇ ਟਰੱਕ ਲੁੱਟੇ ਜਾਂਦੇ ਕਿਸ਼ਨਗੰਜ ਦੇ ਖੱਡਿਆਂ ਦੇ ਵਿੱਚ। ਸ਼ਹਜਾਦਪੁਰ, ਸਿਰਾਜਗੰਜ, ਕਾਸ਼ਗੰਜ, ਕਲੇਰੀ, ਬੰਗਾਲ ਤੇ ਅਸਾਮ ਦੀ ਧਰਤੀ ਤੇ ਪਹੁੰਚੇ। ਬੰਗਾਲ ਜਿੱਥੇ ਜਾਦੂ ਤੇ ਅਸਾਮ ਚ ਬੰਬ ਮਾਰਦੀਆਂ ਦਾ ਬੜਾ ਜ਼ੋਰ ਸੀ। ਤੇ ਢਾਕੇ ਪਹੁੰਚੇ ਨੇ ਫਿਰ ਮਾਣਕਗੰਜ, ਦੇਵਪੁਰ ਹੁੰਦੇ ਹੋਏ ਗੁਰੂ ਸਾਹਿਬ 1509 ਦੇ ਵਿੱਚ ਢਾਕੇ ਪਹੁੰਚਦੇ ਤੇ ਪਿੰਡ ਵਾਲੇ ਉੱਥੇ ਇੱਕ ਜਗ੍ਹਾ ਪੱਥਰ ਮਾਰਨ ਲੱਗੇ। ਗੁਰੂ ਸਾਹਿਬ ਨੇ ਬਸਦੇ ਰਹੋ ਦੀ ਗੱਲ ਕੀਤੀ ਤੇ ਦੂਜੇ ਪਿੰਡ ਵਾਲਿਆਂ ਨੇ ਸਤਿਕਾਰ ਦਿੱਤਾ, ਉਹਨਾਂ ਨੂੰ ਉੱਜੜਨ ਲਈ ਕਹਿ ਦਿੱਤਾ। ਮਰਦਾਨੇ ਨੇ ਪੁੱਛਿਆ ਵੀ ਜਿਹੜੇ ਮਾਰਦੇ ਨੇ ਉਹਨਾਂ ਨੂੰ ਬਸਦੇ ਕਹਿੰਦੇ ਆ, ਜਿਹਨੂੰ ਸਤਿਕਾਰ ਕਹਿੰਦੇ ਉਹਨਾਂ ਨੂੰ ਉੱਜੜਨ ਦੀ ਗੱਲ ਕੀਤੀ ਹੈ। ਤਾਂ ਸਾਹਿਬ ਨੇ ਕਿਹਾ ਕਿ ਪਹਿਲੇ ਪਿੰਡ ਵਾਲੇ ਜਿਹੜੇ ਰੋਗੀ ਸਰੀਰ ਵਾਂਗੂ ਨੇ, ਜਿੱਥੇ ਜਾਣਗੇ ਹੋਰਨਾਂ ਨੂੰ ਵੀ ਰੋਗੀ ਕਰਨਗੇ, ਤਾਂ ਕਿਹਾ ਬਸਦੇ ਰਹੋ। ਬਦੀ ਇੱਕ ਥਾਂ ਤੇ ਨੱਪੀ ਚੰਗੀ ਆ। ਦੂਜੇ ਚੰਦਨ ਵਰਗੇ ਨੇ ਜਿਹੜੇ ਜਾਣਗੇ ਜਿੱਥੇ ਸੁਗੰਧਾਂ ਜਿਹੜੀਆਂ ਦੇਣਗੇ। ਭਗਤ ਜੈਦੇਵ ਦਾ ਪਿੰਡ ਹੈ ਝੰਡਾ ਬਾਈ, ਕਲਕੱਤੇ ਆ ਜਾਂਦੇ ਨੇ। ਫਿਰ ਜਗਨਨਾਥ, ਸਭ ਤੋਂ ਵੱਡਾ ਉੜੀਸਾ ਦੇ ਵਿੱਚ ਜਗਨਨਾਥ ਦੀ ਪੁਰੀ ਹੈ ਜਿਹੜੀ। ਜਗਨਨਾਥ ਜਿੱਥੇ ਮਰਦਾਨੇ ਨੂੰ ਰੋਕਿਆ ਗਿਆ, ਸਾਰਾ ਤੁਹਾਨੂੰ ਇਤਿਹਾਸ ਪਤਾ ਹੈ। ਮੈਂ ਤਾਂ ਥੋੜੇ ਜਿਹੇ ਸਥਾਨਾਂ ਦੀ ਉਹ ਗੱਲ। ਫਿਰ ਲੰਕਾ ਚ ਪਹੁੰਚਦੇ ਨੇ, ਸੰਗਲਾ ਦੀਪ ਜਿਹਨੂੰ ਕਿਹਾ ਜਾਂਦਾ। ਲੰਕਾ ਤੋਂ ਉੱਥੇ ਹੀ ਵਾਪਸ ਭਗਤ ਨਾਮਦੇਵ ਜੀ ਦੇ ਸਥਾਨ ਤੇ ਜਿਹੜਾ ਜਾ ਕੇ ਫਿਰ ਕੋਚੀਨ ਤੋਂ ਆਂਧਰਾ ਪ੍ਰਦੇਸ਼ ਦੇ ਵਿੱਚ ਜਿੱਥੇ ਪੌਡਾ ਰਾਕਸ਼ ਮਿਲਦਾ, ਫਿਰ ਨਾਨਕ ਝੀਰੇ ਜਿੱਥੇ ਆਪਾਂ ਦਰਬਾਰ ਆਪਣੇ ਹਜ਼ੂਰ ਸਾਹਿਬ ਤੋਂ ਅੱਗੇ ਮੱਥਾ ਟੇਕਿਆ। ਫਿਰ ਭਗਤ ਨਾਮਦੇਵ ਦੀ ਮੈਸੂਰ ਦੀ ਰਿਆਸਤ ਦੇ ਸ਼ਹਿਰ ਰੰਗਾਮਨ,
ਉੱਥੇ ਪਹੁੰਚਦੇ ਨੇ। ਭਾਈ ਤਰਲੋਚਨ ਜੀ ਦੀ ਵਰਸੀ ਜਿਹੜੀ ਵੈਸ਼ ਯਾਦ ਦੇ ਸੀ ਤੇ ਉਹ ਮਨਾ ਕੇ ਸਰਵੇੜਿਆਂ ਨਾਲ ਗੱਲ ਕਰਕੇ ਭਗਤ ਧੰਨਾ ਜੀ ਜੋ ਕਿ ਰਾਜਸਥਾਨ ਸੀ ਉੱਥੇ ਜਾ ਕੇ ਮਥੁਰਾ ਤੋਂ ਵਰਿੰਦਾਵਨ ਦਿੱਲੀ ਕਰਨਾਲ ਤੇ ਕੁਰੂਕਸ਼ੇਤਰ ਜਿਹਨੂੰ ਕੁਲਸ਼ੇਤਰ ਕਹਿੰਦੇ ਸੀ ਤੇ ਵਾਪਸ। ਵਪਾਰਕ ਸੰਦੇਸ਼ਾਂ ਤੋਂ ਬਾਅਦ ਦੂਜੀ ਉਦਾਸੀ ਦੀ ਗੱਲ। ਦੂਸਰੀ ਉਦਾਸੀ ਹੈ ਜਿਹੜੀ ਫਿਰ ਜਾ ਚੜੇ ਸਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ ਤੇ ਰਤਨ ਸਿੰਘ ਭੰਗੂਣਾ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਜਿਹੜਾ ਉਹ ਬੜਾ ਵਧੀਆ ਇਸ ਦਾ ਲਿਖਿਆ। ਸਮੇਰ ਪਰਬਤ ਉਹਨਾਂ ਦਾ ਪ੍ਰਸਿੱਧ ਟਿਕਾਣਾ ਸੀ ਯੋਗੀਆਂ ਤੇ ਗੜਵਾਲ ਦੀ ਰਿਆਸਤ ਦੇ ਵਿੱਚ ਰੁਦਰ ਹਿਮਾਲਾ ਨੂੰ ਸਮੇਰ ਕਹਿੰਦੇ। ਲਾ ਜਿਹੜੀ ਡਾਕਟਰ BC ਲਾ ਪੁਸਤਕ ਜਿਹੜੀ ਉਹਦੀ ਮਾਊਂਟੇਨਸ ਆਫ ਇੰਡੀਆ ਦੇ ਵਿੱਚ ਉਹਨੇ ਲਿਖਿਆ ਤੇ UK ਸ਼ੁਕਲਾ ਜਿਹੜਾ ਇੱਕ ਉਸਨੇ ਜਿਹੜਾ ਦੱਸਿਆ ਉਹਨੇ ਕਿਹਾ ਵੀ ਮੰਦਾਕਨੀ ਅਲਕਨੰਦਾ ਤੇ ਭਾਗੀਰਥੀ ਗੰਗਾ ਦੇ ਸੋਮਿਆਂ ਤੋਂ 3 ਕਿਲੋਮੀਟਰ ਹੇਠਾਂ ਜਾ ਕੇ ਤਕੋਣੀ ਬਾਦੀ ਦੇ ਵਿੱਚ 52 ਕਿਲੋਮੀਟਰ ਦੇ ਘੇਰੇ ਜਿਹੜਾ ਸਮੇਰ ਪਰਬਤ ਤੇ ਉੱਥੇ ਉਹਦੇ ਰਾਹ ਦੇ ਬਾਰੇ ਗਿਆਨੀ ਗਿਆਨ ਸਿੰਘ ਜੀ ਤਵਾਰੀਖ ਖਾਲਸਾ ਦੇ ਵਿੱਚ ਲਿਖਦੇ ਨੇ ਕਿ ਗੁਰੂ ਸਾਹਿਬ ਨੇਪਾਲ ਸਿੱਕਮ ਤਿੱਬਤ ਹੁੰਦੇ ਹੋਏ ਅਸਲ ਤਲਵੰਡੀ ਤੋਂ ਕਲਾਨੌਰ ਗੁਰਦਾਸਪੁਰ ਦਸੂਹੇ ਤੇ ਉਹਦੇ ਬਾਅਦ ਤਿਲਕਨਾਥ ਪਾਲਮਪੁਰ ਤੇ ਕਾਂਗੜਾ ਜਵਾਲਾਮੁਖੀ ਤੋਂ ਰਵਾਲਸਰ ਬ੍ਰਾਹਮਣ ਕੋਠੀ ਮਨੀਕਰਨ ਵੀ ਉਹ ਜਿਹੜਾ ਗੁਰਦੁਆਰਾ ਸਾਹਿਬ ਆ। ਉਹਦੇ ਬਾਅਦ ਬਿਆਸਾ ਪਾਰ ਕਰਕੇ ਕਹਿਲੂਰ ਦੀ ਦੂਨ ਨਾਲਾਗੜ੍ਹ ਪੰਜੌਰ ਸ਼ਿਮਲੇ ਤੇ ਸਪਾਟੂ ਤੇ ਜੌੜਸਰ ਤੋਂ 45 ਮੀਲ ਉੱਤਰ ਵੱਲ 15,000 ਫੁੱਟ ਜਿਹੜੀ ਆ ਚੜਾਈ ਉਹ ਚੜ੍ਹ ਗਏ ਤੇ ਉੱਥੇ ਜਾ ਕੇ ਪਾਣੀ ਹੈ ਨਹੀਂ ਸੀ। ਗੁਰੂ ਸਾਹਿਬ ਕਹਿੰਦੇ ਵੀ ਪੱਥਰ ਨੂੰ ਮੱਥੇ ਨਾ ਟੇਕੋ, ਕੰਮ ਕਰੋ, ਉਦਮ ਕਰੋ, ਵਾਹਿਗੁਰੂ ਦੁੱਖ ਦੂਰ ਕਰੇ। ਉੱਥੋਂ ਗੋਮੁਖੀ ਬਦਰੀਨਾਥ ਸਤਸੰਗ ਹੇਮਕੁੰਡ ਪਾਰ ਕਰਕੇ ਸਮੇਰ ਪਰਬਤ ਤੇ ਗਏ ਜਿੱਥੇ 19,000 ਫੁੱਟ ਹੈ ਲਗਭਗ। ਇਹੀ ਜਿਹੜਾ ਐਲਟੀਟਿਊਡ ਜਿਹੜਾ ਕਹਿੰਦੇ ਨੇ ਉਹ ਹੇਮਕੁੰਡ ਸਾਹਿਬ ਦਾ। ਤੇ ਉੱਥੇ ਜਾ ਕੇ ਭਾਈ ਗੁਰਦਾਸ ਕਹਿੰਦੇ ਨੇ ਕਿ ਗੋਰਖ ਨੇ ਪੁੱਛਿਆ ਵੀ ਕੌਣ ਸ਼ਕਤ ਤੋਹੇ ਇੱਥੇ ਲਿਆਈ। ਉੱਥੇ ਗੱਲ ਜਿਹੜੀ ਚੱਲੀ ਫਿਰ ਗੋਰਖਨਾਥ ਲੋਹਰੀਪਾ ਮਸ਼ੰਦਰ ਦਾਸ ਹੈ ਨਾਥ ਆ ਭੰਗਰਨਾਥ ਹੈ ਕਨੀਫਾ ਹਨੀਫਾ। ਉਹ ਫਿਰ ਪੁੱਛਦੇ ਰਹੇ 9-10 ਜਾਤ ਦੱਸ ਤੇ ਉਹਨਾਂ ਨੂੰ ਉੱਥੇ ਕਰਕੇ ਨਿਹਾਲ। ਫਿਰ ਉੱਥੋਂ ਫਿਰ ਜਿਹੜੇ ਨੇ ਉੱਪਰ ਤਿੱਬਤ ਤੋਂ ਲੇਹ ਤੇ ਲਦਾਖ ਫਿਰ ਕਸ਼ਮੀਰ ਤੋਂ ਵਾਪਸੀ ਹੈ ਜਿਹੜੀ ਉਹ ਜੰਮੂ ਸਿਆਲਕੋਟ ਮੀਆਂ ਮਿੱਠਾ ਤੇ ਬੀਬੀ ਨਾਨਕੀ ਉਹਨਾਂ ਦਿਨਾਂ ਦੇ ਵਿੱਚ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਤਲਵੰਡੀ ਕਰਤਾਰਪੁਰ ਤੇ ਫਿਰ ਸੁਲਤਾਨਪੁਰ ਪਹੁੰਚੇ। ਇਹ 1518 ਦੀ ਗੱਲ। ਤੀਜੀ ਉਦਾਸੀ ਦੇ ਵਿੱਚ ਫਿਰ ਬਾਬਾ ਫਿਰ ਮੱਕੇ ਫਿਰ ਪਾਕਪਟਨ ਦੀ ਗੱਲ ਆ ਜਿੱਥੇ ਫਿਰ ਇੱਥੇ ਪਹਿਲਿਆਂ ਰੱਬ ਦੇ ਭਗਤਾਂ ਨੇ ਭਰ ਕੇ ਕਟੋਰਾ ਭੇਜਿਆ ਵੀ ਦੁੱਧ ਦਾ ਵੀ ਇੱਥੇ ਜਗ੍ਹਾ ਹੈ ਨਹੀਂ ਬਾਬਾ, ਇਸ ਤਾਂ ਇੱਥੇ ਪਹਿਲਾਂ ਹੀ ਨੱਕੋ ਪਏ ਰੱਬ ਵਾਲੇ। ਉਹਦੇ ਤੇ ਫਿਰ ਚਮੇਲੀ ਦਾ ਫੁੱਲ ਰੱਖ ਕੇ ਕਿਹਾ ਵੀ ਨਹੀਂ ਇਹ ਨਹੀਂ ਗੱਲ, ਪਿਆਰ ਆ ਜਿਹੜਾ ਉਹ ਉਹਦੇ ਵਿੱਚ ਸਾਰੇ ਸਮਾ ਸਕਦੇ। ਗ੍ਰੇਸਫੁੱਲ ਹੈ ਜਿਹੜੀ ਗ੍ਰੇਸਫੁਲਨੈਸ ਹੈ ਸਾਰੇ ਡਿਵਾਈਨ ਨੇ, ਤੁਸੀਂ ਖਾਸ ਨਹੀਂ ਹੈ। ਇਹ ਬੜੀ ਵੀ ਬਿਮਾਰੀ ਹੈ ਜਿਹੜਾ ਭਗਤੀ ਕਰ ਲੈਂਦਾ 4 ਪਾਠ ਕਰ ਲੈਂਦਾ ਹੈ ਤੇ ਬੁੱਧੀਜੀਵੀ ਨੇ ਜਿਹੜੇ ਉਹ ਇਗਨੋਰੈਂਸ ਇੰਨੀ ਹੋਈ ਨਾ ਕਹਿੰਦੇ ਹੋਰ ਕੋਈ ਸਾਡੇ ਵਰਗਾ ਹੈ ਹੀ। ਮੈਂ ਫਿਰ 3 ਵਜੇ ਉੱਠ ਕੇ ਅੰਮ੍ਰਿਤ ਵੇਲਾ ਸਾਂਭ ਲਿਆ, ਪੰਜੇ ਬਾਣੀਆਂ ਤੇ ਆਸਾ ਦੀ ਵਾਰ ਤੇ ਸੁਖਮਨੀ ਸਾਹਿਬ ਕਰਕੇ 9 ਵਜੇ ਮੈਂ ਫਿਰ ਚੌਂਕੜਾ ਚੱਕ। ਤੇ ਉਹ ਕਿਹਦੇ ਲਈ ਹੈ? ਉਹ ਤਾਂ ਨਿੱਜ ਲਈ ਹੈ, ਉਹ ਕਿਸੇ ਲਈ ਨਹੀਂ ਹੈ। ਤੇ
फिर पाकपटन बाबा फरीद जी की गद्दी ते उत्थे पहुंचे। उस तो बाद पाकपटन तो तलंबे गए ने सज्जन ठग जिथे सी ते ये रियासत फिर बहावलपुर जो लंघ के रोड़ी सखर पहुंचे दरिया सिंध दे तो बाद फिर शिकारपुर फुकन लड़काना हलावी बुलानी रानीपुर गुम्मट मगर झेरा अमरकोट टांडा आलम यार खान मदारी हैदराबाद तो उत्थे हिंगलाज तो जहाज लैके अदन यमन की जिहड़ी जिस अदन तो ही महाराज दलीप सिंह मोड़िया गया सी। अदन गुरु का द्वारा बनया, उसनूं वली हिंद का दायरा ते कई नानक कलंदर का मुकाम कहते हैं। उत्थों फिर 5 दसंबर 1519 नूं मक्के पहुंचते ते उत्थे फिर रुकनदीन काजी ते मुल्लियां दे नाल जिहड़े विचारां हुंदियां ने। फिर बगदाद दे विच शेख बहलोल दे नाल चर्चा हुंदी है। फिर वापसी है जिहड़ी मदीने तो बगदाद, फिर मसहद बल्ख बुखारा समरकंद कावल पेशावर तो हुंदे हसन अबदार पंजा साहब। उत्थे आके फिर जिहड़ी वली ते दाद की गल जिहड़ी महमूद साहब ने 4 कविता दे विच 4 वड्डे जिहड़े कीर्तिमान ते गुण साहब दे दस्से ने। उस पहली सब तो महमूद साहब गजब कहंदे ने गुरु नानक पातशाह। गजब की है? अजिही गवर्नेंस जिहड़ी तोरनी, इहो जिहा राज प्रबंध चलाउणा। नानक राज चलाया सचकोट सताणी नीव दे भी इहो जे किले दी जिहड़ी नींह रखी जिहड़ी सच दी सी, उस ते किला आसारता। उस समय गवर्नेंस जद हिंद 8 जिवें कल भी मैं गल करदा 8 देशां दा समूह सी। सिंध दरिया तो पश्चिम वाले पासे जिथे भारत तो बाद जिहड़े अलग अलग श्रीलंका तक बर्मा ते भूटान ते जे ते वो उत्थे उस समय डायनेस्टियां वड्डियां दे नाल राजनीतिक ते धार्मिकां दे बराबर एक गवर्नेंस देनी जिहड़ी सच दी बिना ते एक नवीं पिरत होवे, वो बहुत वड्डी गल सी, वो गजब सी। दूसरी गल महबूब साहब लिखते ने कि अगली जिहड़ी गल सी वो फतेह सी। फतेह किहदे ते? कंधारी वली दे क्रोध ते सब तो बड़ी डायनेस्टी दे रूलर बाबर ते, जिहदे नाल डायलॉग करदे आ। फिर जद गल इत्थे आ गई जेल ढकना पिया ते जेल दे विचों बाबर ने फिर निम के साहिब नूं जेल च कीती। एक वार नहीं होए। इस राज जिहड़ा चलाया सच दा, जिहड़ा बाबर नूं जाबर कहण दी गल कीती, जरवाणे नूं जरवाणा कहण दी जरूरत कीती, उस पहले पातशाह जेल दे विच, 5वें पातशाह दी सच दे नां ते शहीदी तत्ती तवी ते, 6वें पातशाह दी जेल ग्वालियर, 9वें पातशाह दी फिर शहीदी, 10वें पातशाह दी परिवार दी शहीदी ते अटैम्प्ट जिहड़ा दुश्मन वालों उन्हां ते हमला किया गया। ये 5 गुरु दसां दे जिन्हां ने उस समय दी ताकत दे नूं सच कहण दी जरूरत की। फतेह तो बाद महमूद साहब कहंदे ने घर दा तेरा रिश्ता की है? घर दे विच तेरे माता, तेरे पिता, तेरी घर वाली, तेरे जवाक, तेरे भैन, तेरे भाई, उन्हां नाल तेरी किहो जी डीलिंग है? तू उन्हां नाल किवें विचरदा? जवाक दोने राह नहीं चले। श्री चंद जी ने रासी संप्रदा चला ली, राह ते नहीं आए दोने, पर की उन्हां दा वो राह एक्सैप्ट किया? नहीं, एक्सैप्ट नहीं किया। अपना सीना वड्डा कर दिता बई एक्सैप्ट, उन्हां दा सिस्टम एक्सैप्ट नहीं किया, पर उसनूं टॉलरेट किया। भैन नानकी नूं सब तो उत्तम कहते ना, इत्थे साडी प्रथा चली है भैन दे घर दा पानी नहीं पीना। भैन दे घरे ही सौहरी जाके सुल्तानपुर दे विच उत्थे रहे आप। घर तो बाद चौथी है नदर, वो कहते नजर जिहड़ी है नदर,
ਉਹ ਕਹਿੰਦੇ ਹਰ ਇੱਕ ਬੰਦਾ ਡਿਵਾਈਨ ਹੈ, ਹਰ ਇੱਕ ਬੰਦਾ ਗ੍ਰੇਸਫੁਲ ਹੈ ਜਿਹੜਾ ਇਸ ਧਰਤੀ ਤੇ ਜੰਮੇ। ਉਹ ਊਚ ਹੈ, ਨੀਚ ਆ, ਉਹ ਗਰੀਬ ਹੈ, ਉਹ ਅਮੀਰ ਆ, ਉਹ ਵੱਡਾ, ਉਹ ਛੋਟਾ, ਉਹ ਕਾਲਾ, ਉਹ ਚਿੱਟਾ, ਉਹਦੇ ਕੁਛ ਵੀ ਹੈ, ਪਰ ਹਰ ਇੱਕ ਬੰਦਾ ਇਸ ਬ੍ਰਹਿਮੰਡ ਦੇ ਵਿੱਚ ਜਿਹੜਾ ਜੰਮਿਆ ਉਹ ਹਰੇਕ ਡਿਵਾਈਨ ਹੈ, ਹਰ ਇੱਕ ਗ੍ਰੇਸਫੁਲ ਹੈ। ਉਹ ਆਪਣੇ ਆਪ ਨੂੰ ਜੋੜਦਾ ਕਿਵੇਂ ਹੈ ਉਹ ਉਹਦੀ ਮਰਜ਼ੀ ਹੈ, ਪਰ ਉਸ ਨੂੰ ਸਲੇਵਰੀ ਤੋਂ ਮੁਕਤ ਹੋਣਾ ਚਾਹੀਦਾ। ਨਾ ਧਰਮ ਦੀ ਗੁਲਾਮੀ, ਨਾ ਜ਼ਾਤ ਦੀ ਗੁਲਾਮੀ, ਨਾ ਪਾਤ ਦੀ ਗੁਲਾਮੀ, ਨਾ ਕਲਾਸ ਦੀ, ਉਹਦਾ ਦਰਜਾ ਕੀ ਹੈ ਉਹਦੀ ਗੁਲਾਮੀ। ਗੁਲਾਮੀਆਂ ਤੋਂ ਮੁਕਤ ਤਾਂ ਹੀ ਹੋਵੋਗੇ ਜੇ ਤੁਸੀਂ ਗ੍ਰੇਸਫੁਲਨੈਸ ਇੱਕ ਦੂਜੇ ਦੀ ਮੰਨੋਗੇ। ਸਭ ਤੋਂ ਵੱਡੀ ਗੱਲ ਜਿਹੜੀ ਸਭ ਤੋਂ ਉੱਪਰ ਹੈ ਉਹ ਹੈ ਰਾਜ ਤੇ ਯੋਗ ਦੀ ਗੱਲ। ਧਰਮ ਤੇ ਰਾਜਨੀਤੀ ਦੀ ਗੱਲ ਕੀਤੀ ਤੇ ਮੀਰੀ ਤੇ ਪੀਰੀ ਦੀ ਗੱਲ ਕੀਤੀ। ਸਭ ਤੋਂ ਵੱਡੀ ਗੱਲ ਜਿਹੜੀ ਰਾਜ ਤੇ ਯੋਗ ਸਾਹਿਬ ਨੇ ਇਕੱਠਾ ਕੀਤਾ, ਉਹਦਾ ਜਿਹੜਾ ਕੋਈ ਮੁੱਲ ਨਹੀਂ, ਉਹਦੀ ਬਰਾਬਰਤਾ ਦੀ ਗੱਲ। ਉਹ ਰਾਜ ਤੇ ਯੋਗ ਹੀ ਮੇਰੀ ਤੇ ਪੀਰੀ ਦੇ ਵਿੱਚ ਗਿਆ। ਰਾਜ ਤੇ ਯੋਗ ਜਿਹੜਾ ਇਕੱਠਾ ਕੀਤਾ, ਇਹ ਸਾਹਿਬ ਦੀ ਸਭ ਤੋਂ ਵੱਡੀ ਜਿਹੜੀ ਗੱਲ। ਇਹਦੇ ਕਰਕੇ ਕਰਤਾਰਪੁਰ ਆ ਜਿਹੜਾ ਬੇਗਮਪੁਰਾ ਜਿਹਨੂੰ ਜਿਵੇਂ ਜਿਹੜਾ ਸੀ ਉਸ ਤਰ੍ਹਾਂ ਹੀ ਉਹਨੂੰ ਐਕਸੈਪਟ ਕੀਤਾ। ਮਰਦਾਨੇ ਨੂੰ ਨਹੀਂ ਕਿਹਾ ਵੀ ਤੂੰ ਧਰਮ ਛੱਡ ਕੇ ਮੁਸਲਮਾਨ ਤੂੰ ਸਿੱਖ ਬਣ। ਜਿਹੜਾ ਸਿੱਕਾ ਵੀ ਮਾਰਿਆ, ਜਿਹੜਾ ਪੰਥ ਚਲਾਇਆ, ਧਰਮ ਤਾਂ ਚਲਾਇਆ, ਇੱਕ ਗਵਰਨੈਂਸ ਜਿਹੜੀ ਪੈਦਾ ਕੀਤੀ, ਜਿਹਦੀ ਸੱਚ ਦੀ ਨੀਂਹ ਰੱਖੀ, ਉਹ ਸਭ ਤੋਂ ਵੱਡੀ ਗੱਲ ਸੀ। ਸੱਤੇ ਬਲਵੰਡ ਜੀ ਦੀ ਗੱਲ ਕਹੀ ਹੋਈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ। ਗੱਲ ਇਹ ਹੈ ਸਭ ਤੋਂ ਵੱਡੀ। ਹੁਣ ਅਸੀਂ ਜਿਹੜੇ ਪੁੱਤਾਂ ਜਿਹੜੇ ਕਹਾਉਣੇ ਆ, ਅਸੀਂ ਗਵਾ ਬੈਠੇ ਹਾਂ, ਅਸੀਂ ਛੱਡ ਬੈਠੇ। ਮਿੱਤਰ ਪਿਆਰੇ ਨਾਨਕ ਜੀ, ਮੈਂ ਛੱਡ ਗਵਾਇਆ ਰੰਗ ਕਸੰਭੇ ਭੁੱਲੀ। ਅਸੀਂ ਛੱਡ ਗਏ, ਪਰਾਂ ਹੋ ਗਏ, ਅਸੀਂ ਉਹਨਾਂ ਦੀਆਂ ਗੱਲਾਂ ਛੱਡਤੀਆਂ, ਇੱਕ ਚੀਜ਼ ਨੂੰ ਚਲ ਗਏ, ਸ਼ਖਸੀ ਪੂਜਾ ਚ ਆ ਗਏ, ਬੰਦੇ ਨੂੰ ਸਾਂਭਣ ਲੱਗ ਗਏ, ਬੰਦੇ ਚ ਰੱਬ ਦਿਖਣ ਲੱਗ ਗਿਆ। ਪਰ ਜਿਹੜਾ ਸਭ ਤੋਂ ਸ਼ਬਦ ਗੁਰੂ, ਜਿਹੜੀ ਧੁਨ ਦੀ ਗੱਲ, ਸੁਰਤ ਦੀ ਗੱਲ, ਜਿੱਥੋਂ ਜਿਹਦੇ ਚੇਲੇ ਸਾਹਿਬ ਬਣੇ, ਐਡਾ ਵੱਡਾ ਉਹਦਾ ਨਾਂ, ਉਹਦਾ ਹੁਣ ਤੁਸੀਂ ਕੋਈ ਫਿਲਾਸਫਰ ਕਹੀ ਜਾਂਦਾ, ਸਮਾਜ ਸੁਧਾਰਕ, ਉਹ ਤਰਕਸ਼ੀਲ ਸੀ, ਉਹ ਇਹ ਸੀ। ਪਰ ਤੁਸੀਂ ਇਹ ਤਾਂ ਵੇਖੋ ਵੀ ਕਿੰਨੀ ਵਿਰਧਤਾ। ਗੱਲ ਇਹ ਹੈ ਵੀ ਜਦ ਆਪਣਾ ਆਪ ਜਿਹੜਾ ਸੌਂਪਤਾ ਤੇ ਉਸ ਤੋਂ ਬਾਅਦ ਆਪ ਉਸ ਕਰਤੇ ਨੇ ਕਹਿਤਾ ਤੂੰ ਪੁੱਤ ਹੈ ਮੇਰਾ, ਤੇ ਹੁਣ ਫਿਰ ਉਹ ਜਿੱਥੇ ਵੀ ਜਾ ਕੇ ਬਹਿੰਦੇ। ਪਰ ਸਭ ਤੋਂ ਵੱਡੀ ਗੱਲ ਜਿਹੜੀ ਸੱਚ ਦੀ ਗੱਲ ਕੀਤੀ, ਜੇ ਆਉਣਾ ਹੈ ਪ੍ਰੇਮ ਦੀ ਗਲੀ ਫਿਰ ਸਿਰ ਜਾਓ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਮਾਂ ਆਓ, ਤੇ ਮਾਰਗ ਪੈਰ ਧਰੀਚੇ ਸਿਰ ਦੀਜੇ ਕਾਣ ਨਾ ਦੀ। ਸੱਚ ਦੀ ਗੱਲ ਹੈ। ਤੁਸੀਂ ਅੱਜ ਇਹ ਗੱਲਾਂ ਨਾਰਮਲ ਲੱਗਦੀਆਂ ਨੇ, ਫਰੀडम ਆਫ ਐਕਸਪ੍ਰੈਸ਼ਨ ਤੇ ਸਪੀਚ ਦੇ ਵਿੱਚ ਅਸੀਂ ਬੋਲਦੇ ਹਾਂ, ਪਰ ਉਸ ਸਮੇਂ ਦੇ ਧਰਮੀਆਂ ਦੇ ਖਿਲਾਫ ਬੋਲਣਾ ਜਾਂ ਬਾਬਰ ਦੇ ਖਿਲਾਫ ਬੋਲਣਾ, ਵੀ ਆ ਕੀ ਕਰਦੇ ਤੁਸੀਂ? ਜਨੇਊ ਦੀ ਗੱਲ ਕਰਨੀ ਜਾਂ ਹਰਿਦੁਆਰ ਜਾ ਕੇ ਪਾਣੀਆਂ ਦੀ ਮਲਾਣੇ ਨੂੰ ਕਹਿਣਾ ਵੀ ਨਾ ਹਿੰਦੂ ਨਾ ਕੋਈ ਮੁਸਲਮਾਨ। ਉਹ ਕਹਿੰਦੇ ਤੂੰ ਇਹ ਗੱਲ ਕਿਵੇਂ ਹੋ ਸਕਦੀ ਹੈ? ਬਾਬਰ ਨੂੰ ਤੂੰ ਕਹਿਣਾ ਜਾਬਰ ਹੈ, ਰਾਜੇ ਸ਼ੀਹ ਮੁਕੱਦਮ, ਕੁੱਤਿਆਂ ਦੀ ਗੱਲ। ਤੁਸੀਂ ਮਿੱਝ ਤੇ ਖੂਨ ਲੋਕਾਂ ਦਾ ਪੀ ਰਹੇ ਹੋ, ਕਿੱਡੀ ਗੱਲ ਹੈ ਉਹ? ਈਸਟ ਤੇ ਵੈਸਟ ਦੋਨਾਂ ਨੂੰ ਹੀ, ਵੈਸਟ ਹੈ ਜਿਹੜਾ ਉਹ ਪ੍ਰੋਫਿਟ ਦੇ ਚੱਕਰ 'ਚ ਬੈਠਾ, ਈਸਟ ਅਵਤਾਰਾਂ ਦੇ ਚੱਕਰ 'ਚ ਬੈਠਾ। ਦੋਨਾਂ ਨੂੰ ਕਹਿਤਾ ਵੀ ਦੋਨੇ ਹੀ ਫੇਲ। ਸ਼ੁੱਧ ਕਰਮਾਂ ਤੋਂ ਬਾਅਦ ਬਿਨਾਂ ਤੁਸੀਂ ਦੋਨੇ ਹੀ, ਤੁਹਾਡੇ ਕੋਲ ਕੱਖ ਨਹੀਂ ਪੱਲੇ ਤੁਹਾਡੇ। ਸਭ ਤੋਂ ਵੱਡੀ ਜਿਹੜੀ ਗੱਲ ਇਹ ਸੀ ਕਿ ਸੱਚ ਜਦ ਬੋਲਣਾ ਹੁੰਦਾ, ਕੱਲ ਵੀ ਮੈਂ ਗੱਲ ਕਰਦਾ ਵੀ ਜਿਹੜੀ ਸੱਚ ਬੋਲਣ ਦੀ ਕਹਾਣੀ ਹੈ ਨਾ, ਉੱਥੋਂ ਆ ਕੇ ਇਕੱਠ ਦੇ ਵਿੱਚੋਂ ਫਿਰ ਮੇਰੇ ਵਰਗਾ ਘਰੇ ਘਰ ਵਾਲੀ ਨੂੰ ਸੱਚ ਬੋਲ ਕੇ ਦਿਖਾਉਣਾ। ਮੈਂ ਫਿਰ ਐਂ ਕਹਿਣਾ ਸੀ, ਫਿਰ ਮੈਂ ਕਿਹਾ ਨਹੀਂ, ਮੈਂ ਕਿਹਾ ਚੱਲ ਬੰਦੇ ਮੂਹਰੇ ਬੈਠੇ ਨੇ, ਇਹਨਾਂ ਨੂੰ ਹਲਟ ਕਰ ਜਾਊਗਾ। ਉਹ ਹਲਟ ਜਿਹੜਾ ਕਰਦਾ ਹੈ ਉਹ ਘਰੇ ਆ ਕੇ ਘਰ ਵਾਲੀ ਨੂੰ ਫਿਰ ਸੁਣਾਉਂਦਾ, ਮੈਂ ਆਹ ਕਹਿ ਦੇਣਾ ਸੀ ਉੱਥੇ, ਮੈਂ ਆਹ ਕਹਿ ਦੇਣਾ ਸੀ। ਫਿਰ ਮੈਂ ਕਿਹਾ ਨਹੀਂ, ਮੈਂ ਕਿਹਾ ਚੱਲ ਬੰਦੇ ਮੂਹਰੇ ਬੈਠੇ ਨੇ। ਗੱਲ ਇਹ ਹੈ ਅਸਲ ਕਹਾਣੀ, ਇੱਥੋਂ ਹੀ ਸਾਰਾ ਕੁਛ ਚੱਲਦਾ ਹੈ। ਅੱਗੋਂ ਤੀਜੀ ਚੌਥੀ ਕੋਈ ਗੱਲੇ ਹੈ ਨਹੀਂ, ਗੱਲੇ ਸੱਚ ਦੀ ਇਹ ਹੈ। ਜਿਹੜਾ ਉਹਨਾਂ ਨੇ ਸੱਚ ਦਾ ਰਾਜ ਚਲਾਇਆ, ਜਿਹਦੀ ਨੀਂਹ ਉਹਨਾਂ ਨੇ ਰੱਖੀ, ਸਭ ਤੋਂ ਵੱਡੀ ਕਹਾਣੀ ਉਹ ਹੈ। ਉਹਦੇ ਤੋਂ ਅਸੀਂ ਪਰਾਂ
ਵਪਾਰਕ ਸੰਦੇਸ਼ਾਂ ਤੋਂ ਬਾਅਦ ਹੁਣ ਤੁਸੀਂ ਸ਼ਾਮਲ ਹੋਣਾ, ਆਪਾਂ ਰਲ ਕੇ ਗੱਲਾਂ ਸਾਹਿਬ ਦੀਆਂ ਕਰਾਂਗੇ। 144 247 1550। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਮੈਂ ਗੱਲ ਕਰ ਰਿਹਾ ਸੀ। ਜਿੰਨੀ ਕੁ ਮੇਰੇ ਕੋਲ, ਜਿੰਨਾ ਕੁ ਮੈਂ ਪੜ੍ਹ ਕੇ, ਜਿੰਨਾ ਕੁ ਮੈਂ ਕਰ ਸਕਿਆ, ਬਾਕੀ ਬਹੁਤ ਸੁਣਨ ਵਾਲੇ ਸਮਰੱਥ ਨੇ ਜਿਨ੍ਹਾਂ ਨੂੰ ਬਹੁਤ ਇਸ ਦੇ ਬਾਰੇ ਜਾਣਕਾਰੀ ਹੈ। 144 247 1550। ਕਾਲਰ ਲਾਈਨ ਤੋਂ ਪਹਿਲਾਂ ਦੱਸਾਂ ਕਿ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਵਿੱਚ ਫਲੱਡ ਜਿਹੜੇ ਹੜ੍ਹ ਆਏ ਨੇ, ਉਹਨਾਂ ਪਰਿਵਾਰਾਂ ਦੀ ਮਦਦ ਦੇ ਲਈ ਇੱਕ ਤਾਂ ਇਹ ਹੈ ਵੀ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਨੇ ਫਲੱਡ ਹੈਲਪਲਾਈਨ ਸ਼ੁਰੂ ਕੀਤੀ ਹੈ। 778 876 6000 778 876 6000 ਨੰਬਰ। ਸਮਾਨ ਜਿਹੜਾ ਚਾਹੀਦਾ, ਜਿਹੜਾ ਕੇਨ ਦੇ ਵਿੱਚ ਕਿਸੇ ਬਰਤਨ ਦੇ ਕੇਨ ਦੇ ਵਿੱਚ ਫੂਡ ਹੈ, ਪਾਸਤਾ, ਗਨੋਲਾ ਬਾਰਸ ਨੇ, ਇੰਸਟੈਂਟ ਨੂਡਲਸ ਨੇ, ਚਿਪਸ ਹੈ, ਜੂਸ ਹੈ ਜਿਹੜਾ ਡੁੱਲਣਾ ਨਹੀਂ ਤੇ ਟੁੱਟੇ ਨਾ, ਉਹਦਾ ਜਿਹੜਾ ਜਿਹਦੇ ਚ ਪਾਇਆ ਉਹ, ਵਾਸ਼ਰੂਮ ਦੇ ਲਈ ਸਾਬਣ ਨੇ, ਟੁੱਥ ਬਰਸ਼ ਨੇ, ਟੁੱਥ ਪੇਸਟ ਹੈ, ਤੇ ਲੇਡੀਜ਼ ਦਾ ਜਿਹੜੇ ਫੈਮਿਨ ਪ੍ਰੋਡਕਟਸ ਨੇ, ਕਾਊਂਟਰ ਮੈਡੀਸਨ ਜਿਹੜੀ ਗ੍ਰੈਵਲ, ਟਾਇਲਨਲ ਤੇ ਕਫ ਸਿਰਪ, ਬੇਬੀ ਫੂਡ ਲਈ ਡਾਇਪਰਸ ਨੇ, ਪੇਪਰ ਟਾਵਲਸ ਨੇ, ਟਾਇਲਟ ਪੇਪਰਸ ਨੇ, ਬੇਬੀ ਫੂਡ ਹੈ, ਤੇ ਹੋਰ ਕੰਬਲ ਵਗੈਰਾ, ਸਰਾਣੇ ਤੇ ਦਸਤਾਨੇ, ਜਰਾਬਾਂ ਤੇ ਬੱਚਿਆਂ ਲਈ ਤੇ ਵੱਡਿਆਂ ਲਈ, ਤੇ ਪੈਟ ਫੂਡ ਜਿਹੜਾ ਡੌਗ ਤੇ ਕੈਟ। ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ ਵੱਲੋਂ ਇਹ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਤੇ ਸਮੂਹ ਸਾਥੀਆਂ ਸੇਵਾਦਾਰਾਂ ਵੱਲੋਂ ਇਹ ਸ਼ੁਰੂ ਕੀਤੀ ਗਈ ਹੈ ਫੂਡ ਡਰਾਈਵ। ਤੇ ਪਲੀਜ਼ ਜਿੰਨਾ ਵੀ ਹੋ ਸਕੇ ਸਮਾਨ ਉੱਥੇ ਪਹੁੰਚਦਾ ਕਰੋ। 778 876 6000 ਜੇ ਕੋਈ ਇਹ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੀ BC ਫਲੱਡ ਹੈਲਪਲਾਈਨ ਹੈ। ਤੇ ਆਹ ਸਮਾਨ ਜ਼ਰੂਰ ਆਪਾਂ ਪਹੁੰਚਦਾ ਕਰੀਏ। ਹਲੇ ਤਾਂ ਬਹੁਤ ਪਰਿਵਾਰ ਨੇ ਜਿਹੜੇ ਘਰਾਂ ਦੇ ਵਿੱਚੋਂ ਆ ਗਏ। ਜੇ ਤੁਸੀਂ ਦੇਖਦੇ ਹੋ ਐਬਸਫੋਰਡ ਵਾਲਾ ਏਰੀਆ, ਸੁਮਸ ਪ੍ਰੇਰੀ ਦਾ, ਸਾਰੀ ਜ਼ਿੰਦਗੀ ਦੀ ਕਮਾਈ ਫਾਰਮਾਂ ਤੇ ਲਾਈ, 2-2 ਸਾਲ ਪੁਰਾਣੇ ਘਰ ਬਣਾਏ, ਹਲੇ 2 ਸਾਲ ਪੁਰਾਣੇ ਨੇ, ਸਾਰਾ ਕੁਛ ਹੀ ਲੱਖ ਪਾਣੀ ਤੁਰਿਆ ਫਿਰਦਾ। 70% ਆਪਣੇ ਫਾਰਮਰ ਨੇ ਉਸ ਜਗ੍ਹਾ। ਬਹੁਤ ਦੁੱਖ ਦੇ ਵਿੱਚ ਹੈ ਭਾਈਚਾਰਾ। ਹਲੇ ਕੁਛ ਨਹੀਂ, ਹਲੇ ਤਾਂ ਆਪਾਂ ਕੱਖ ਨਹੀਂ ਜਿਹੜਾ ਕੀਤਾ। ਸੋ ਗੱਲਬਾਤ ਕਰਦੇ ਹਾਂ ਕਾਲਰ ਨਾਲ। ਸਰ ਜਸਵੀਰ ਸਿੰਘ ਜੀ। ਜੀ ਆਵਾਜ਼ ਆਉਂਦੀ ਹੈ ਸਰਦਾਰ ਬਾਬਾ? ਹਾਂਜੀ ਬਿਲਕੁਲ ਠੀਕ ਆ ਰਹੀ ਹੈ ਜੀ। ਮਿਹਰਬਾਨੀ ਸਰਦਾਰ ਜੀ, ਧੰਨਵਾਦ ਤੁਹਾਡਾ। ਬੜੇ ਸੁਖਾਲੇ ਤੇ ਸੌਖੇ ਤਰੀਕੇ ਦੇ ਨਾਲ ਤੁਸੀਂ ਉਦਾਸੀਆਂ ਦਾ ਵਿਖਿਆਨ ਕੀਤਾ। ਸਾਹਿਬ ਜੋ ਜਿਹੜੀ ਤੁਸੀਂ ਗੱਲ ਕੀਤੀ ਕਿ ਵਿਸਾਖ ਵਿੱਚ ਸਾਹਿਬਾ ਪ੍ਰਕਾਸ਼ ਹੋਇਆ, ਉਹਦੇ ਪਿਛੋਕੜ ਦੇ ਵਿੱਚ ਜਿਹੜੀ ਗੱਲ ਮੈਨੂੰ ਸਮਝ ਲੱਗੀ ਆ ਉਹ ਇਹ ਹੈ ਕਿ ਜਦੋਂ ਸਮਾਜ ਵਿੱਚ ਸਚਾਈ ਫਲੋਰਿਸ਼ ਕਰਦੀ ਹੈ, ਬੁਰਾਈ ਟੁੱਟਦੀ ਆ, ਜਦੋਂ ਬੁਰਾਈ ਦਾ ਬਹੁਤ ਪੱਖ ਜਿਹੜਾ ਹੈ ਉਹ ਉਜਾਗਰ ਹੁੰਦਾ ਹੈ, ਤਾਂ ਉਸ ਨੂੰ ਰੁਕਾਉਣ ਦੀ ਖਾਤਰ ਮਨੁੱਖ ਚੰਗਿਆਈ ਦੇ ਉੱਤੇ ਕੋਈ ਨਾ ਕੋਈ ਦੂਸ਼ਣ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਹੜਾ ਹੁਣ ਨਵੰਬਰ ਦੇ ਵਿੱਚ ਦਿਨ ਮੁਕਰਰ ਕੀਤਾ ਗਿਆ, ਉਹ ਦੂਸ਼ਣ ਲਾਉਣ ਵਾਲਿਆਂ ਦੇ ਅਨੁਸਾਰ ਨਖਿੱਧ ਦਿਨ ਹੈ। ਉਹਨਾਂ ਨੇ ਸਮਾਜ ਵਿੱਚ ਪਾਤਸ਼ਾਹ ਦੇ ਜਨਮ ਨੂੰ ਨਖਿੱਧ ਸਾਬਤ ਕਰਨ ਦੀ ਖਾਤਰ ਇਹ ਦਿਨ ਲਾਇਆ ਸੀ। ਪਰ ਉਹ ਇਹਨਾਂ ਕਹਿੰਦੇ ਹੁੰਦੇ ਨੇ ਵੀ ਜਿਹੜੇ ਲਾਲ ਹੁੰਦੇ ਨੇ ਉਹ ਬੋਤਲੀਆਂ ਚਮਕ ਪੈਂਦੇ ਨੇ, ਉਹ ਕਰ ਨਹੀਂ ਸਕਦੇ। ਉਹ ਸਾਨੂੰ ਇਹ ਚੀਜ਼ ਨੂੰ ਸਮਝਣਾ ਚਾਹੀਦਾ। ਬਾਕੀ ਜਿਹੜੀ ਗੱਲ ਮੈਨੂੰ ਲੱਗੀ ਉਹ ਇਹ ਸੀ ਕਿ ਗੁਰੂ ਪਾਤਸ਼ਾਹ ਨੇ ਜਦੋਂ ਮਨੁੱਖ ਦੇ ਦੁਖਾਂਤ ਨੂੰ ਮਹਿਸੂਸ ਕੀਤਾ ਤਾਂ ਉਹਨਾਂ ਨੇ ਮਨੁੱਖਾਂ ਦੇ ਦੁਖਾਂਤ ਵਿੱਚ ਜਾ ਕੇ ਆਪ ਬੈਠ ਕੇ ਗੱਲਬਾਤ ਕਰਨ ਦਾ ਹੀਲਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਦੋਂ ਮਨੁੱਖ ਕਿਸੇ ਹੀਲੇ ਨੂੰ ਗੱਲਬਾਤ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਉਹਦੇ ਵਿੱਚੋਂ ਬੰਦੇ ਦੇ ਜੀਵਨ ਵਿੱਚ ਜਿਹੜੀਆਂ ਦੁਸ਼ਵਾਰੀਆਂ ਨੇ ਉਹ ਘੱਟ ਹੁੰਦੀਆਂ ਨੇ। ਪਰ ਸਾਨੂੰ ਕਰਾਮਾਤੀ ਸਿਸਟਮ ਬਚਪਨ ਤੋਂ ਸਿਖਾਇਆ ਗਿਆ ਕਰਕੇ ਅਸੀਂ ਜਿਹੜੀਆਂ ਦੁਸ਼ਵਾਰੀਆਂ ਉਹਨਾਂ ਦਾ ਹੱਲ ਕਰਾਮਾਤਾਂ ਤੋਂ ਲੱਭਣ ਦੀ ਕੋਸ਼ਿਸ਼ ਵਿੱਚ ਜੀਵਨ ਖਰਾਬ ਕਰਨ ਲੱਗ ਗਏ।
ਪਰ ਗੱਲ ਇਹ ਆ ਵੀ ਜਿੰਨੀਆਂ ਕਰਾਮਾਤੀ ਸਿਸਟਮ ਅਸੀਂ ਕਰਦੇ ਆ ਕਿ ਉਹਦੇ ਨਾਲ ਜੀਵਨ ਵਿੱਚ ਸੰਤੁਸ਼ਟੀ ਮਿਲਦੀ ਹੈ। ਹੁਣ ਇਹ ਬੰਦੇ ਨੇ ਖੁਦ ਐਨਾਲਿਸਿਸ ਕਰਨਾ ਕਿ ਜੇ ਜੀਵਨ ਵਿੱਚ ਧਰਮ ਕਰਨ ਦੇ ਨਾਲ ਮਨੁੱਖ ਸੰਤੁਸ਼ਟ ਨਹੀਂ ਹੋ ਰਿਹਾ ਤਾਂ ਉਹਦੇ ਪਿਛੋਕੜ ਵਿੱਚ ਕਾਰਨ ਕੀ ਨੇ। ਤਾਂ ਗੁਰੂ ਪਾਤਸ਼ਾਹ ਦੀ ਜਿਹੜੀ ਗੱਲ ਹੈ, ਅਸੀਂ ਵਿਅਕਤੀ ਨੂੰ ਗੁਰੂ ਮੰਨਣ ਦੇ ਵਿੱਚ ਆਪਣੇ ਆਪ ਦੀ ਵਡਿਆਈ ਸਮਝਦੇ ਆ। ਤੁਸੀਂ ਗੱਲ ਕੀਤੀ ਸੀ, ਸਿੱਧਾ ਨਾਲ ਗੱਲ ਕਰਦੇ ਨੇ ਪਾਤਸ਼ਾਹ, ਉਹ ਕਹਿੰਦੇ ਨੇ ਵੀ ਸ਼ਬਦ ਗੁਰੂ ਹੈ, ਫੁਰਤ ਚੇਲਾ। ਹੁਣ ਜੇ ਸ਼ਬਦ ਗੁਰੂ ਹੈ ਤਾਂ ਇਹਦੇ ਚੋਂ ਵਿਅਕਤੀ ਸਰੀਰ ਤਾਂ ਖਤਮ ਹੈ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਕੀ ਦੇ ਗੁਰੂਆਂ ਦੇ ਨਾਂ ਦੇ ਥੱਲੇ ਸਿਰਫ ਨਾਨਕ ਛਾਪ ਦੇ ਨਾਲ ਗੁਰਬਾਣੀ ਅੰਕਿਤ ਹੈ। ਉਹ ਇਹ ਸਾਨੂੰ ਇੰਡੀਕੇਟ ਕਰਦੀ ਹੈ ਕਿ ਸਾਰੇ ਹੀ ਗੁਰੂ ਨਾਨਕ ਛਾਪ ਦੇ ਵਿੱਚ ਨੇ। ਜਿਹੜੀ ਭਗਤਾਂ ਦੇ ਬਾਣੀ ਹੈ ਉਹ, ਜਿਹੜੀ ਸਾਡੇ ਗੁਰਬਾਣੀ ਦਾ ਸਾਰੰਸ਼ ਜਦੋਂ ਅਸੀਂ ਸਮਝਣਾ ਹੈ ਤਾਂ ਸਾਨੂੰ ਇਹ ਸਮਝਣਾ ਚਾਹੀਦਾ ਕਿ ਇੱਥੇ ਵਿਅਕਤੀ ਦੀ ਪੂਜਾ ਦੇ ਨਾਲੋਂ ਗਿਆਨ ਦੀ ਜਿਹੜੀ ਸਮਝ ਹੈ, ਜੀਵਨ ਜਾਂਚ ਹੈ, ਉਹ ਸਾਡੇ ਲਈ ਜ਼ਿਆਦਾ ਅਹਿਮੀਅਤ ਰੱਖਦੀ ਹੈ। ਜਿਉਂ-ਜਿਉਂ ਅਸੀਂ ਗਿਆਨ ਨਾਲ ਜੁੜਦੇ ਜਾਂਦੇ ਹਾਂ, ਸਾਡੀਆਂ ਭਾਵਨਾਵਾਂ ਦੇ ਵਿੱਚ ਔਰ ਸਾਡੀ ਜਿਹੜੀ ਈਰਖਾ ਪਹਿਲੂ ਨੇ ਇਹਨਾਂ ਦੇ ਵਿੱਚ ਸੁਧਾਰ ਹੋਣ ਦੇ ਚਾਂਸਸ ਵੱਧ ਜਾਂਦੇ ਨੇ। ਜਦੋਂ ਅਸੀਂ ਬੰਦਿਆਂ ਨਾਲ ਜੁੜਦੇ ਹਾਂ ਉਹਦੇ ਨਾਲ ਗਰੁੱਪਿਜ਼ਮ ਜਿਹੜਾ ਉਹ ਜ਼ਿਆਦਾ ਵੱਧਦਾ ਹੈ। ਇਸ ਕਰਕੇ ਦੁਸ਼ਵਾਰੀਆਂ ਨੇ। ਧੰਨਵਾਦ ਤੁਹਾਡਾ, ਤੁਸੀਂ ਬਾਦਸ਼ਾਹ ਦੇ ਦਿਨ ਵਿੱਚ ਚੰਗਿਆਈਆਂ ਨੂੰ ਵਿਖਿਆਨ ਕਰਨ ਦਾ ਉਪਰਾਲਾ ਕੀਤਾ। ਬਾਕੀ ਸਮਝ ਸਾਡੀ ਆਪੋ ਆਪਣੀ ਹੈ। ਮੈਂ ਕੀ ਲੈਣਾ ਚਾਹੁੰਦਾ, ਮੈਨੂੰ ਕੀ ਪਸੰਦ ਹੈ, ਮੈਂ ਤਾਂ ਉਹਦੇ ਪਿੱਛੇ ਜਾਣਾ। ਜਦੋਂ ਅਸੀਂ ਗੁਰੂ ਦੇ ਤੇ ਗੁਰੂ ਉਪਦੇਸ਼ ਪਿੱਛੇ ਜਾਵਾਂਗੇ ਫਿਰ ਮੇਰੀ ਗੱਲ ਖਤਮ ਹੋ ਕੇ ਮਾਲਕ ਦੀ ਗੱਲ ਸਾਡੇ ਕੋਲ ਆਉਂਦੀ ਹੈ। ਇਹ ਔਖਾ ਕੰਮ ਹੈ। ਧੰਨਵਾਦ ਸਰਦਾਰ। ਧੰਨਵਾਦ ਜੀ, ਬਹੁਤ ਬਹੁਤ। ਉਹੀ ਗੱਲ ਫੇਰ ਜਿਹੜੀ ਸ਼ੁਰੂ ਚ ਮੈਂ ਕੀਤੀ ਸੀ, ਸਰ ਜੀ ਨੇ, ਸਰਦਾਰ ਜਸਵੀਰ ਸਿੰਘ ਨੇ ਉਹੀ ਗੱਲ ਵੀ ਅਸੀਂ ਕੀ ਭਾਲਦੇ ਹਾਂ, ਸਾਨੂੰ ਗੁਰੂ ਨਾਨਕ ਦਾ ਕਿਹੜਾ ਰੂਪ ਵਧੀਆ ਲੱਗਦਾ, ਅਸੀਂ ਉੱਥੇ ਫਿਕਸ ਕਰ ਲੈਣਾ ਆਪਣੇ ਆਪ। ਆਹ ਚੀਜ਼ ਮੈਨੂੰ ਫਿੱਟ ਹੈ, ਬਸ ਉਹਦੇ ਤੇ ਮੈਂ ਖੜ ਜਾਣਾ। ਬਸ ਕਈ ਹੁਣ ਉਹਨਾਂ ਦੇ ਸਰੂਪ ਦੀ ਫੋਟੋ ਹੈ, ਉਸ ਨੂੰ ਸਰੂਪ ਮੈਨੂੰ ਯਾਦ ਹੈ 97 ਚ ਮੇਰੇ ਯਾਦ ਹੈ ਇੱਕ ਰਾਗੀ ਆਏ ਪੰਜਾਬ ਤੋਂ, ਜਦ ਮੈਂ ਆਇਆ ਹੀ ਸੀ, ਹਲੇ ਵਿਹਲੇ ਸੀ, ਕੰਮ ਕੁੰਮ ਨਹੀਂ ਸੀ ਲੱਗੇ। ਉਹਨਾਂ ਨੇ ਸੇਵਾ ਸੂਬਾ ਚ ਰਹਿਣਾ ਜਿੱਥੇ ਮੈਂ, ਉਹ ਇੱਕ ਦਿਨ ਬੈਠੇ ਸਿਮਰਨ ਲਿਆਂਦੇ ਨੇ, ਮੈਂ ਤੇ ਗੁਰੂ ਨਾਨਕ ਦੇ ਸਰੂਪ ਲਿਆਂਦੇ ਨੇ। ਗੁਰੂ ਨਾਨਕ ਦੇ ਸਰੂਪ ਮੈਨੂੰ ਸਮਝ ਨਾ ਲੱਗੇ ਵੀ ਕੀ ਗੱਲ ਕਹਿ ਰਿਹਾ, ਕਿਹੜੇ ਸਰੂਪ ਗੁਰੂ ਨਾਨਕ ਦੇ ਲੈ ਆਂਦੇ। ਕੱਢ ਲਈਆਂ ਫੋਟੋਆਂ ਵਿੱਚੋਂ, ਬੈਗ ਦੇ ਵਿੱਚੋਂ, ਤੇ ਪੇਟੀਆਂ ਹੋਈਆਂ ਫੋਟੋਆਂ ਦਾ ਪ੍ਰਸ਼ਾਦ, ਗੋਲ ਕੀਤੇ ਹੋਏ ਤੇ ਉੱਪਰ ਰਬੜ ਚਾੜੀ ਹੋਈ, ਤੋਂ ਲੈ ਆਂਦੀਆਂ ਲੁਧਿਆਣੇ। ਬਥੇਰੀਆਂ ਬੇਬੇ ਵੇਚਦੇ ਨੇ ਘੰਟਾ ਘਰ ਦੇ ਥੱਲੇ। ਸਿਮਰਨ ਨੇ ਪਲਾਸਟਿਕ ਦੇ ਮਣਕੇ ਤੇ ਵਿੱਚ ਦੀ ਫਸਾਈ ਹੋਈ ਡੋਰੀ, ਚੱਲ ਜਿਹੜਾ ਆਵੇ ਇਕੱਠਾ ਕਰਕੇ ਸਰੂਪ ਲਿਆਂਦੇ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਮੈਂ ਸਰੂਪ ਲਿਆਂਦੇ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਕਿੱਡੇ ਸੱਚ ਪੁਰਖ ਸੀ ਭਾਈ ਸਾਹਿਬ, ਭਾਈ ਵੀਰ ਸਿੰਘ ਵਰਗੇ, ਜਿਹਨੂੰ ਸੋਭਾ ਸਿੰਘ ਨੂੰ ਇੱਕ ਪੇਂਟਿੰਗ ਬਣਾਉਣ ਦੇ ਲਈ ਸਰ ਦਾ ਖਿਤਾਬ ਗੋਰੇ ਨੇ ਦੇਤਾ, ਜਿਹੜਾ ਗੋਰਾ ਭਾਉਂਦਾ ਹੀ ਨਹੀਂ ਕਿਸੇ ਨੂੰ। ਤਾਂ ਜਾ ਕੇ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਕੋਲ ਖੜ ਕੇ ਕਿਹਾ, ਕਹਿੰਦਾ ਮੇਰਾ ਗੁਰੂ ਨਾਨਕ ਇਹੋ ਜਿਹਾ ਨਹੀਂ ਸੀ ਜਿਹੜਾ ਤੂੰ ਬਣਾਇਆ। ਤੈਂ ਚਿਹਰਾ ਦਿਖਾਤਾ ਤੇ ਉੱਪਰ ਦੀ ਮਖਮਲੀ ਚੋਲੇ ਪਾਤੇ ਤੇ ਲਾਲੀ ਝਗੜਦੀ ਨੂਰ ਚਿਹਰੇ ਤੇ ਦਿਖਾ ਦਿੱਤਾ, ਹੱਥ ਦੇ ਵਿੱਚ ਪੈਰ 'ਚ ਪਦਮ ਦਿਖਾ ਦਿੱਤਾ। ਨਾਨਕ ਤਾਂ ਹੁਣ ਦੱਸ ਕੇ ਹਟਿਆ ਮੈਂ, ਤੁਸੀਂ ਮਾੜਾ ਜਿਹਾ ਆਪ ਲਾ ਲਿਓ ਹਿਸਾਬ ਬਈ ਕਿੱਥੇ ਸਮੇਰ ਹੈ ਤੇ ਕਿੱਥੇ ਲੇਹ ਲਦਾਖ ਹੈ, ਕਿੱਥੇ ਸੰਗਲਾ ਦੀਪ ਹੈ ਸ਼੍ਰੀਲੰਕਾ, ਤੇ ਕਿੱਥੇ ਬਗਦਾਦ ਤੇ ਮੱਕਾ ਮਦੀਨਾ। ਇਹ ਕਿਹੋ ਜਿਹਾ ਰੇਗਿਸਤਾਨ ਹੈ, ਕਿਹੋ ਜਿਹੇ ਅਰਬ ਸਾਗਰ ਹੈ, ਯਮਨ ਵਾਲੇ ਪਾਸਿਓਂ ਲਾਲ ਸਾਗਰ ਦੇ ਵਿੱਚ ਵੀ ਜਿੱਥੇ ਹੁਣ ਲਟੇਰੇ ਪੈਂਦੇ ਆ ਕਾਰਗੋ ਸ਼ਿਪਾਂ ਨੂੰ, ਉੱਥੋਂ ਉਹ ਟੱਪੇ ਕਹਾਂ ਸਾਰਾ ਰੇਗਿਸਤਾਨ ਹੈ। ਤੇ ਬਗਦਾਦ ਦੇ ਵਿੱਚ ਜਦ ਹੱਥਾਂ ਦੇ ਵਿੱਚ ਪੱਥਰ ਨੇ ਜਾਂ ਸਵੇਰੇ ਦਿੱਤੀ ਪਹਿਲਾ ਹੀ ਹਾਕ ਨਮਾਜ਼ ਦੀ ਅਜ਼ਾਨ ਕੀਤੀ, ਉਹ ਕਹਿੰਦੇ ਵੀ ਆਹ ਕੌਣ ਬੋਲ ਰਿਹਾ। ਕਿਵੇਂ ਹੋਊਗਾ ਵੀ ਕਿਸੇ ਦੇ ਸਭ ਤੋਂ ਮੁਕੱਦਸ ਤੇ ਵੱਡੇ ਧਾਰਮਿਕ ਸਥਾਨ ਦੇ ਵਿੱਚ ਜਾ ਕੇ ਉਹਨੂੰ ਕਹਿਣਾ ਵੀ ਪੈਰ ਉਧਰ ਨੂੰ ਕਰਦੇ ਫਿਰ ਜਿੱਧਰ ਹੈ ਨਹੀਂ। ਤੁਸੀਂ ਸੋਚ ਸਕਦੇ ਆ। ਅੱਛਾ, ਸਭ ਤੋਂ ਵੱਡੀ ਗੱਲ,
ਸਭ ਤੋਂ ਵੱਡੀ ਕਹਾਣੀ ਕਿ ਇਹਨੂੰ ਇਸ ਤਰ੍ਹਾਂ ਤਾਂ ਕਰ ਸਕਦੇ ਹਾਂ ਕਦੇ ਗੁਰੂ ਦਾ ਸਤਿਕਾਰ ਤੇ ਗੁਰੂ ਦੇ ਦਰਜੇ ਤੇ ਵੀ ਉਹ ਤਾਂ ਗੁਰੂ ਨਾਨਕ ਸੀ, ਮੈਂ ਨਹੀਂ। ਪਰ ਰਸੇ ਜੋਤ ਇਹੀ ਕਹਿੰਦੇ ਨੇ ਵੀ ਮੇਰੇ ਵਰਗਾ ਕਰ ਲੈ, ਮੇਰੇ ਕਰਮ ਕਰ ਲੈ ਤੇ ਮੇਰੇ ਵਰਗਾ ਹੋ ਜਾ। ਗੱਲ ਇਹ ਨਿਬੜ ਗਈ। ਇਹੋ ਜਿਹਾ ਤਾਂ ਕੁਝ ਦੱਸਿਆ ਹੀ ਨਹੀਂ ਵੀ ਕਿਹੜਾ ਜਿਹੜਾ ਫੂਕਣਾ ਹੈ, ਜਿਹੜਾ ਮੰਤਰ ਅਸੀਂ ਲੈ ਚੱਲੇ ਨਾਲ, ਤੈਨੂੰ ਮੰਤਰ ਤਾਂ ਅਸੀਂ ਦੇਣੇ ਨਹੀਂ, ਇਹ ਸਾਰਾ ਕੁਝ ਥੋੜਾ ਦੇਣਾ। ਬਿੱਲੀ ਨੇ ਸ਼ੇਰ ਨੂੰ ਸਿਖਾ ਦਿੱਤਾ, ਜਦ ਮਾਰਿਆ ਝਪਟਾ ਛਾਲ ਮਾਰ ਕੇ ਕਹਿੰਦਾ ਮਾਸੀ ਆਹ ਦੱਸਿਆ ਨਹੀਂ, ਕਹਿੰਦੀ ਮਰਨਾ। ਪਰ ਸਾਨੂੰ ਤਾਂ ਉਹ ਕਹਿੰਦੇ ਨੇ ਵੀ ਆਹ ਕਰ। ਰਾਜ ਜਿਹੜਾ ਚਲਾਇਆ, ਜਿਹੜੀ ਨੀਂਹ ਰੱਖੀ ਉਹ ਰੱਖਤੀ ਸਾਰਿਆਂ ਦੀ, ਸੱਚ ਦੇ ਉਸ ਕਿਲੇ ਦੀ ਨੀਂਹ ਰੱਖੀ ਸੱਚ ਤੇ। ਪਰ ਬੋਲਣਾ ਪਊ, ਸਿਰ ਲਹੂਗਾ ਜੇ ਗੱਲ ਕਰੇਗਾ। ਲੋਕਲ ਅਹਿਲ ਹੁਣ ਨਹੀਂ ਹੁੰਦਾ, ਤੁਸੀਂ ਛੱਡੋ ਉਹ ਤਾਂ ਗੱਲਾਂ ਤਾਂ, ਇਹ ਤਾਂ ਮੈਂ ਤਾਂ 6 ਸਦੀਆਂ 5 ਸਦੀਆਂ ਪਹਿਲਾਂ ਦੀ ਗੱਲ ਕਰਦਾ ਨਾ। ਹੁਣ ਨਹੀਂ ਬੋਲ ਹੁੰਦਾ, ਪਿੰਡ ਦੇ ਪੰਚ ਦੇ ਖਿਲਾਫ ਨਹੀਂ ਬੋਲ ਹੁੰਦਾ। ਅਗਲਾ ਕਹਿੰਦਾ ਕੰਮ ਪੈ ਜੂ ਕੋਈ। ਆ ਕੰਮ ਦੇ ਚੱਕਰ 'ਚ ਫਿਰਦੇ ਆ, ਕਮਾਨ ਬਣੇ ਹੋਏ ਇੱਥੇ ਵੀ ਤੇ ਉੱਥੇ ਵਾਲਿਆਂ ਲਈ ਵੀ। ਕੰਮ ਪੈ ਜੂ, ਕੰਮ ਪੈ ਜੂ, ਕੰਮ ਪੈ ਜੂ, ਕੰਮ ਪੈ ਜੂ। ਖਾਸ ਦਰਜੇ ਦੇ ਦਿੱਤੇ, ਉਸ ਸਿਸਟਮ 'ਚ ਵੀ ਦੇ ਦੇ ਜਿਹੜਾ ਸਿਸਟਮ ਕਰਾ ਨਾ ਦਰਜੇ ਨਾ ਦੇ। ਤੇਰੇ ਵਰਗੇ ਹੀ ਨੇ, ਤੇਰੇ ਵਾਂਗੂ ਹੀ ਖਾਂਦੇ ਨੇ ਪੀਂਦੇ ਨੇ, ਤੇਰੇ ਵਾਂਗੂ ਟੈਕਸੀਆਂ 'ਚ ਫਿਰਦੇ ਨੇ। ਕੋਈ ਇਹਨਾਂ ਕੋਲ VIP ਆ, ਕੋਲ ਡਰਾਈਵਰ ਨਹੀਂ, ਕੋਈ ਇਹਨਾਂ ਕੋਲ ਗਨਮੈਨ ਨਹੀਂ। ਕਾਹਨੂੰ ਚਾੜੀ ਜਾਂਦਾ ਸਿਰ ਤੇ? ਪਰ ਕਾਹਨੂੰ ਕੰਮ ਪੈ ਜੂ, ਕਿਉਂਕਿ ਅੰਦਰ ਸਾਡਾ ਖੋਖਲਾਪਣ, ਸਾਡੀ ਪ੍ਰਤਿਭਾ ਨਹੀਂ ਹੈ, ਅਸੀਂ ਬੋਲਣ ਜੋਗੇ ਨਹੀਂ। ਅੱਜ ਮੈਨੂੰ ਪਤਾ ਲਾਈਨਾਂ ਮੇਰੀਆਂ ਸਾਡੀਆਂ ਖਰਾਬ ਨੇ, ਲਿਖ ਕੇ ਆਇਆ ਆਫਿਸ ਵੱਲੋਂ ਵੀ ਲਾਈਨਾਂ ਨਹੀਂ ਕੰਮ ਕਰ ਰਹੀਆਂ, ਤੇ ਚਾਹੁੰਦੇ ਤਾਂ ਹੋਵੋਗੇ ਤੁਸੀਂ ਫੋਨ ਕਰਨਾ। ਅੱਛਾ, ਜੇ ਨਾ ਪਤਾ ਲੱਗੇ ਜਾਂ ਨਾ ਤੁਹਾਡਾ ਹੋਵੇ, ਪਲੀਜ਼ ਤੁਹਾਡਾ ਫੋਨ ਥਰੂ ਤਾਂ ਮੈਨੂੰ WhatsApp ਤੇ ਮੈਸੇਜ ਬੋਲ ਕੇ ਭੇਜ ਦਿਓ, ਮੈਂ ਚਲਾ ਦੂੰਗਾ ਤੁਹਾਡਾ 604 729 1224। ਜੇ ਕਿਸੇ ਦੀ ਲਾਈਨ ਨਹੀਂ ਥਰੂ ਹੋ ਰਹੀ, ਪਲੀਜ਼ ਮੈਨੂੰ WhatsApp ਤੇ ਮੈਸੇਜ ਆਪਣਾ ਪੂਰਾ ਉਸ ਤਰ੍ਹਾਂ ਹੀ ਜਿਵੇਂ ਬੋਲਣਾ ਰੇਡੀਓ ਤੇ ਉਸ ਤਰ੍ਹਾਂ ਹੀ ਭੇਜ ਦਿਓ ਤੇ ਮੈਂ ਸੁਣਾ ਦਿੰਦਾ। ਸਾਹਿਬ ਬਲਵੰਤ ਸਿੰਘ ਜੀ, ਲਾਈਨ ਨੰਬਰ 3। ਹਾਂਜੀ ਗਿਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਲਵੰਤ ਸਿੰਘ ਜੀ ਸੋਇੜਾ ਸਾਹਿਬ। ਮੈਂ ਤੁਹਾਨੂੰ ਕੰਪਲੀਮੈਂਟ ਕਰਨਾ ਚਾਹੁੰਦਾ ਕਿਉਂਕਿ ਜਿਹੜੀ ਤੁਸੀਂ ਡਿਟੇਲ ਦਿੰਦੇ ਆ ਬਹੁਤ ਸੋਹਣੀ ਆ। ਕਿਉਂਕਿ ਇੰਨਾ ਡਿਟੇਲ ਮੈਂ ਵੀ ਹੁਣ ਕਾਫੀ ਪੜ੍ਹਿਆ ਗੁਰੂ ਸਾਹਿਬ ਬਾਰੇ, ਪਰ ਜੋ ਡਿਟੇਲ ਤੁਸੀਂ ਤੇ ਪੈਡਰੀ ਦਿੱਤੀ ਆ ਤੇ ਕਿੱਥੇ ਕਿੱਥੇ ਗਏ ਆ, ਕੀ ਕੀ ਕੀਤਾ, ਇਟਸ ਜਸਟ ਅਮੇਜ਼ਿੰਗ। ਸੋ ਮੈਂ ਤੁਹਾਨੂੰ ਕੰਪਲੀਮੈਂਟ ਕਰਨਾ ਚਾਹੁੰਦਾ, ਤੁਹਾਨੂੰ ਜਿੱਦਾਂ ਸ਼ਾਬਾਸ਼ੀ ਦਿੱਤੀ ਚਾਹੁੰਦਾ। ਤੇ ਧੰਨਵਾਦ ਜੀ। ਮੈਨੂੰ ਬੜੀ ਚੰਗੀ, ਹੁਣੇ ਮੈਂ ਸੁਣਿਆ ਸੀ ਰੇਡੀਓ ਵਿੱਚ, ਥੋੜਾ ਚਿਰ ਹੋਇਆ ਔਨ ਕੀਤਾ, ਭਾਈ ਵੀਰ ਸਿੰਘ ਹੋਣਾ ਦਾ ਤੁਸੀਂ ਦੱਸਿਆ ਤੇ ਬਈ ਇਹ ਮੇਰਾ ਨਾਨਕ ਨਹੀਂ, ਜਿਨ੍ਹਾਂ ਨੇ ਹੁਣ ਗੁਰੂ ਸਾਹਿਬ ਨੇ 28,000 ਕਿਲੋਮੀਟਰ ਟਰੈਵਲ ਕੀਤਾ ਔਰ ਦੇਖੋ ਜੰਗਲਾਂ ਹਰਿਆਣਾ ਚ, ਰੇਗਿਸਤਾਨ ਚ ਹਰ ਥਾਂ ਗਏ ਆ। ਲੇਕਿਨ ਉਸ ਤੋਂ ਬਾਅਦ ਵੀ ਜੋ ਜਿਹੜਾ ਉਹਨਾਂ ਨੂੰ ਦਿਖਾਇਆ ਭਾਈ ਉਹਨਾਂ ਦਾ ਆਪਣਾ ਇਮੈਜੀਨੇਸ਼ਨ ਸੀਗਾ, ਵੀ ਉਹ ਦਿਖਾਇਆ ਤਾਂ ਗੁਰੂ ਸਾਹਿਬ ਦਾ ਜਿਹੜਾ ਜਿੱਦਾਂ ਲਾ ਲਿਆ ਤੇ ਸਭ ਕੁਝ। ਪਰ ਉਹ ਬਹੁਤ ਮੁਸ਼ਕਿਲ ਸੀ ਕਿਉਂਕਿ ਜੋ ਜਿਸ ਤਰ੍ਹਾਂ ਦੇ ਉਹ ਵਾਤਾਵਰਨ ਵਿੱਚੋਂ ਦੀ ਲੰਘ ਰਹੇ ਸੀਗੇ, ਬਹੁਤ ਮੁਸ਼ਕਿਲ ਹੈ ਉੱਦਾਂ ਦਾ ਜਿੱਦਾਂ ਚਿਹਰਾ ਫੇਰ ਵੀ ਰੱਖਣਾ। ਸੋ ਐਨੀਵੇ ਜੀ ਜੀ ਮੇਰਾ ਹਾਂਜੀ ਤੀਸਰਾ ਮੇਰਾ ਪੁਆਇੰਟ ਇਹ ਆ ਗਿੱਲ ਸਾਹਿਬ, ਅਸੀਂ ਨੰਬਰ 5 ਰੋਡ ਗੁਰਦੁਆਰੇ ਨੁਮਾਇਸ਼ ਲਾਈ ਆ, ਰੱਖੀ ਸੀ ਬੁੱਧਵਾਰ ਤੋਂ ਕੱਲ ਤੇ ਸੰਡੇ ਟਾਈਮ। ਅੱਛਾ ਜੀ। ਉਹ ਨੁਮਾਇਸ਼ ਸੋਹਣੀ ਆ, ਜੋ ਯੂਨਾਈਟਿਡ ਸਟੇਟਸ ਆ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਹ ਕੀਤੀ। ਔਰ ਮੈਂ ਸਾਰੇ ਜਿਹੜੇ ਉਹਨਾਂ ਦੇ ਬੋਰਡ ਲੱਗੇ ਨਾ ਆਲਮੋਸਟ 22-23 ਆ ਉਹਨਾਂ ਦੀ ਸਲਾਈਡਰ ਸਾਹਮਣੇ ਦਾ ਬੋਰਡ ਜਿਹੜੇ ਅਸੀਂ ਲਾਏ ਲੌਬੀ ਵਿੱਚ, ਆਪਣੇ ਗੁਰੂ ਘਰ ਦੀ ਲੌਬੀ ਵਿੱਚ। ਇੱਕ ਚੀਜ਼ ਮੈਂ ਨੋਟ ਕੀਤੀ ਆ, ਜਿੱਦਾਂ ਹੁਣ ਹਿਸਟਰੀ ਤੁਸੀਂ ਵੀ ਬੜੀ ਪੜ੍ਹੀ, ਮੈਂ ਵੀ ਪੜ੍ਹੀ ਆ, ਇਹ ਚੀਜ਼ ਮੈਂ ਨੋਟ ਕੀਤੀ ਹੈ ਕਿ ਅਸੀਂ ਗੁਰੂ ਸਾਹਿਬ ਦੇ ਹਨਾ ਉਹਨਾਂ ਨੂੰ ਜਦ ਕ੍ਰਿਸ਼ਮੀ ਉਹਨਾਂ ਦੇ ਉਹਨੀ ਕਰਾਮਾਤ ਕੀਤੀ, ਜਿਵੇਂ ਬਾਬਰ ਨੇ ਜਦ ਇੱਥੇ ਕੈਦ ਕੀਤਾ ਉਹਨਾਂ ਨੂੰ ਅਹਿਮਦਾਬਾਦ, ਤਾਂ ਚੱਕੀ ਉਹਨਾਂ ਨੂੰ ਕਿਹਾ ਵੀ ਚੱਕੀ ਆਪਣੇ ਆਪ ਹੀ ਪੀਸ ਵਾਲਾ ਪਈ, ਔਰ ਦੂਸਰੇ ਬਲੀ ਕੰਧਾਰੀ ਨਾਲ ਦੇ ਜੋਤਾ। ਜਦ ਅਸੀਂ ਕਰਾਮਾਤ ਦੱਸਦੇ ਗੁਰੂ ਸਾਹਿਬ ਨਾਲ ਲਿੰਕ ਕਰਦੇ ਹਾਂ ਤਾਂ ਅਸੀਂ ਗੁਰੂ ਸਾਹਿਬ ਨੂੰ ਕਿਉਂਕਿ ਉਹਨੇ ਤਾਂ ਕਰਾਮਾਤ ਬਿਲੀਵ ਹੀ ਨਹੀਂ ਕੀਤਾ, ਉਹਨੇ ਆਰਗੂਮੈਂਟ ਕੀਤਾ, ਬੜੇ ਪਿਆਰ ਨਾਲ ਅਗਲੇ ਨੂੰ ਕਨਵਿੰਸ ਕੀਤਾ, ਜਿਹਦੇ ਨਾਲ ਵੀ ਉਹ ਗਏ ਜਿੱਥੇ ਵੀ ਉਹ ਗਏ ਆ। ਸੋ ਅਸੀਂ ਜਦ ਕਰਾਮਾਤ ਵਾਲਾ ਜੋ ਬੋਲਦੇ ਆ ਉਹ ਬਹੁਤ ਗਲਤ ਗੱਲ ਆ। ਸੋ ਮੈਂ ਨੁਮਾਇਸ਼ ਦੀ ਰੈਕਮੈਂਡੇਸ਼ਨ ਤਾਂ ਕਰਦਾ ਕਿਉਂਕਿ ਇਹਨਾਂ ਵਿੱਚ ਬੜਾ ਸੋਹਣਾ ਉਹਨੇ ਲਿਖਿਆ ਆ,
ਜਿਵੇਂ ਉਹ ਆਪਣਾ ਅਹਿਮਦਾਬਾਦ ਕਹਿੰਦੇ ਬਾਬਰ ਨੂੰ ਜਦ ਨਾ ਬਾਬਰ ਨੇ ਕੈਦ ਕੀਤਾ ਗੁਰੂ ਸਾਹਿਬ ਨੂੰ, ਤੇ ਗੁਰੂ ਸਾਹਿਬ ਅੰਦਰ ਕੀਰਤਨ ਕਰਦੇ ਸੀ, ਬਾਕੀ ਜਿਹੜੇ ਕੈਦੀ ਸੀ ਸਾਰੇ ਬਹੁਤ ਪ੍ਰਭਾਵਿਤ ਹੋਏ। ਔਰ ਜਿਹੜਾ ਜੇਲ੍ਹਦਾਰ ਸੀਗਾ ਕਹਿੰਦੇ ਸੁਪਰਡੈਂਟ ਜੋ ਵੀ ਸੀਗਾ, ਉਹਨਾਂ ਮੈਸੇਜ ਭੇਜਿਆ ਬਾਬਰ ਨੂੰ ਵੀ ਤਾਂ ਭਗਤ ਲੋਕ ਹੈ ਜਿਨ੍ਹਾਂ ਨੂੰ ਤੁਸੀਂ ਕੈਦ ਕੀਤਾ ਆ। ਉਹ ਕਹਿੰਦੇ ਬਾਬਰ ਆਪ ਆਇਆ ਮਿਲ ਉਹਨਾਂ ਨੂੰ ਜੇਲ੍ਹ, ਤੇ ਉਹ ਉੱਥੇ ਜਦ ਉਹਨਾਂ ਨਾਲ ਵਾਰਤਾਲਾਪ ਕੀਤਾ, ਉੱਥੇ ਕਹਿੰਦੇ ਬਾਬਰ ਦੇ ਮੂੰਹ ਤੇ ਗੁਰੂ ਸਾਹਿਬ ਨੇ ਉਹਨੂੰ ਕਿਹਾ ਵੀ ਤੂੰ ਜੋ ਜ਼ੁਲਮ ਕਰ ਰਿਹਾ ਉਹ ਚੰਗਾ ਨਹੀਂ, ਤੇ ਸਭ ਕੁਛ ਇਹ ਕੀਤਾ। ਹਾਂਜੀ, ਸੋ ਸਾਨੂੰ ਰਿਐਲਿਟੀ ਹੈ ਜਿਹੜੀ ਉਹ ਰੱਖਣੀ ਚਾਹੀਦੀ ਹੈ, ਕਿਉਂਕਿ ਗੁਰੂ ਸਾਹਿਬ ਤਾਂ ਬਹੁਤ ਮਹਾਨ ਸੀ। ਜੋ ਉਹਨੇ ਕੀਤਾ, ਜਿੱਦਾਂ ਮੇਰੇ ਖਿਆਲ ਚ ਦੁਨੀਆ ਚ ਉਹਨਾਂ ਦਾ ਕੋਈ ਲਸਾਨੀ ਨਹੀਂ। ਜੋ ਉਹਨੇ ਸਾਨੂੰ ਦਿੱਤਾ, ਕਦੇ ਸਿਰਫ ਸਿੱਖ ਜਗਤ ਲਈ ਨਹੀਂ, ਬਾਕੀ ਸਾਰੀ ਦੁਨੀਆ ਲਈ ਉਹਨੇ, ਕਿਉਂਕਿ ਉਹਨਾਂ ਦਾ ਮੈਸੇਜ ਯੂਨੀਵਰਸਲ ਸੀਗਾ। ਸੋ ਇਟਸ ਰੀਲੀ ਅਮੇਜ਼ਿੰਗ। ਫਾਈਨਲੀ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਿਉਂਕਿ ਤੁਸੀਂ ਆਪਣੀ ਅਰਬੀ ਵੀ ਪੜ੍ਹੀ ਹੋਈ ਆ। ਜਿਸ ਵੇਲੇ ਮੈਂ ਪੜ੍ਹ ਰਿਹਾ ਸੀਗਾ ਵੀ ਆਪਣੇ ਗੁਰੂ ਸਾਹਿਬ ਗਏ ਮੱਕੇ, ਤਾਂ ਉਹ ਜਿਹੜਾ ਰੁਕਦੀਨ ਸੀਗਾ ਮੌਲਵੀ, ਉੱਥੇ ਕਾਜ਼ੀ ਸੀ ਮੱਕੇ ਦਾ, ਉਹਨੂੰ ਸਵਾਲ ਕੀਤਾ, ਅੱਛਾ ਇਹ ਅਰਬੀ ਆ ਕਿ ਫਾਰਸੀ ਆ? ਫਲਾ ਅੱਲਾ ਮਾਇਆਬੋ, ਤੁਹਾਡਾ ਧਰਮ ਕੀ ਹੈ? ਤੇ ਗੁਰੂ ਸਾਹਿਬ ਜਵਾਬ ਦਿੰਦੇ ਆ, ਅਬਦੁੱਲਾ ਅੱਲਾ ਲਾ ਮਜ਼ਾਬੂ, ਮੈਂ ਪਰਮਾਤਮਾ ਦਾ ਬੰਦਾ ਹਾਂ ਅਤੇ ਬਿਨਾਂ ਕਿਸੇ ਧਰਮ ਦੇ ਹਾਂ ਧਰਮ ਤੋਂ। ਸੋ ਇਹ ਅਰਬੀ ਆ ਗਿਲ ਸਾਹਿਬ ਜੀ? ਅਰਬੀ ਹੈ ਨਾ? ਨਹੀਂ ਜੀ, ਨਹੀਂ ਜੀ ਅਰਬੀ ਨਹੀਂ ਜੀ, ਨਹੀਂ ਪਰਸ਼ੀਅਨ ਹੈ ਜੀ। ਇਹ ਕਿਹੜੀ ਹੈ ਜੀ? ਜਵਾਨ ਕਿਹੜੀ ਹੈ? ਫਾਰਸੀ ਹੈ ਜੀ, ਫਾਰਸੀ। ਫਾਰਸੀ, ਅੱਛਾ ਫਾਰਸੀ ਹੈ, ਕਿਉਂਕਿ ਗੁਰੂ ਸਾਹਿਬ ਸੰਸਕ੍ਰਿਤ ਵਿੱਚ ਵੀ, ਫਾਰਸੀ ਵਿੱਚ ਵੀ, ਅਰਬੀ ਵਿੱਚ ਵੀ ਬਹੁਤ ਜਿਆਦਾ ਮਾਹਰ ਸੀਗੇ। तो अच्छा है फारसी है ना कि शायद अरबी होगी, वे अरब देश नहीं जी अरबी बोलते हैं। सो एनीवे अखीर ਵਿੱਚ ਫੇਰ ਮੈਂ ਤੁਹਾਨੂੰ ਕੰਪਲੀਮੈਂਟ ਕਰਨਾ ਚਾਹੁੰਦਾ, ਕੀਪ ਇਟ ਅਪ। ਬਹੁਤ ਖੁਸ਼ੀ ਆ ਜਦ ਤੁਸੀਂ ਸਾਡਾ ਇੰਨੀ ਰੋਸ਼ਨੀ ਪਾਉਂਦੇ ਆ, ਔਰ ਸਾਡਾ ਜੋ ਗੁਰੂ ਸਾਹਿਬ ਨੇ ਜੋ ਸਾਨੂੰ ਦਿੱਤਾ ਉਸ ਲਈ ਸਾਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦਾ। ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ ਸਿੰਘੜਾ ਸਾਹਿਬ, ਧੰਨਵਾਦ। ਡਾ ਕਿਰਪਾਲ ਸਿੰਘ ਜੀ, ਲਾਈਨ ਨੰਬਰ 2। ਹਾਂਜੀ ਹਾਂਜੀ, ਆਪਣੇ ਹਰਜੀਤ ਸਿੰਘ ਜੀ, ਬਹੁਤ ਵਿਸ਼ਾਲ ਗੁਰੂ ਨਾਨਕ ਸਾਹਿਬ ਦੇ ਦੀਆਂ ਜੋ ਸਾਰੇ ਸੰਸਾਰ ਨੂੰ ਆਪਣੀ ਬਾਹਾਂ ਵਿੱਚ ਲਪੇਟ ਸਕਦੇ ਆ। ਪਰ ਮੈਂ ਤਾਂ ਇੱਕ ਉਹਨਾਂ ਦੇ ਦੋ ਪਹਿਲੂ ਉੱਤੇ ਗੱਲ ਜ਼ਰੂਰ ਕਰਾਂਗਾ। ਇੱਕ ਤਾਂ ਪਹਿਲੂ ਉਹਨਾਂ ਦਾ ਇਹ ਸੀ, ਹਾਂਜੀ, ਇੱਕ ਤਾਂ ਇਹ ਸੀ ਤੇ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ। ਜੋ ਕੁਛ ਇਸ ਵੇਲੇ ਸੰਸਾਰ ਵਿੱਚ ਹੋ ਰਿਹਾ, ਜੋ ਕੁਛ ਆਪਾਂ ਕਰ ਰਹੇ ਹਾਂ ਸਿੱਖਾਂ ਦੇ ਤੌਰ ਤੇ ਦੁਨੀਆ ਵਿੱਚ, ਇੱਕ ਤੇ ਆਫਤ ਆਈ ਅਸੀਂ ਉੱਥੇ ਖੜੇ ਹਾਂ, ਕਿਰਤ ਕਰਦੇ ਹਾਂ, ਤੇ ਯਾਰ ਵੰਡ ਛਕਣ ਦੀ ਗੱਲ ਹੈਗੀ ਆ। ਇਹ ਇੱਕ ਬਹੁਤ ਵੱਡੀ ਇੱਕ ਗੱਲ ਵਾ। ਸਿਰਫ ਸਾਨੂੰ ਸਿੱਖਾਂ ਨੂੰ ਮਹਿਸੂਸ ਕਰ ਲੈਣਾ ਚਾਹੀਦਾ ਕਿ ਜਦੋਂ ਕੱਲ ਨੂੰ ਕੋਈ ਵਰਲਡ ਆਰਡਰ ਆਏਗਾ, ਉਹ ਗੁਰੂ ਨਾਨਕ ਸਾਹਿਬ ਦੇ ਅਸੂਲਾਂ ਉੱਤੇ ਆਏਗਾ, ਕਿਉਂਕਿ ਹੋਰ ਦੁਨੀਆ ਦੇ ਧਰਮ ਬਾਕੀ ਬਹੁਤ ਹੈਗੇ ਆ, ਪਰ ਵੰਡ ਛਕਣ ਦੀ ਗੱਲ ਜਿਹੜੀ ਹੈਗੀ ਆ, ਇਹ ਸਿਰਫ ਗੁਰੂ ਨਾਨਕ ਦੇ ਘਰ ਵਿੱਚ ਹੀ ਆ। ਤੇ ਸਾਡਾ ਫਰਜ਼ ਬਣ ਜਾਂਦਾ ਤੇ ਅਸੀਂ ਵੱਧ ਤੋਂ ਵੱਧ ਇਹ ਪ੍ਰਚਾਰੀਏ ਤਾਂ ਕਿ ਸੰਸਾਰ ਦੇ ਵਿੱਚ ਕੁਝ ਸ਼ਾਂਤੀ ਹੋਵੇ। ਨਹੀਂ ਤਾਂ ਦੁਨੀਆ ਦੇ ਵਿੱਚ ਬਹੁਤ ਦੁੱਖ ਪੈਦਾ ਹੋ ਰਿਹਾ ਤੇ ਬਹੁਤ ਅਸ਼ਾਂਤੀ ਹੋ ਰਹੀ ਆ, ਤੇ ਮੈਂ ਬਹੁਤ ਇਹਦੇ ਵਿੱਚ ਡਿਟੇਲ 'ਚ ਨਹੀਂ ਜਾਵਾਂਗਾ। ਦੂਸਰੇ ਪਾਸੇ ਜਦੋਂ ਕੋਈ ਸਾਨੂੰ ਖੜਨ ਦੀ ਗੱਲ ਆਉਂਦੀ ਆ, ਉਹ ਜਿੱਦਾਂ ਕਹਿੰਦੇ ਵੀ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਦੀ ਚੇਤਾ ਖਿੱਚ ਖਾਏ। ਜਿੱਦਾਂ ਗਲਤ ਕੰਮ ਹੋ ਰਿਹਾ ਉਹਦੇ ਖਿਲਾਫ ਖੜਨਾ, ਤੇ ਨਾਲ ਨਾਲ ਉਹਨਾਂ ਨੇ ਇੱਕ ਵੱਡੀ ਗੱਲ ਇਹ ਕਹੀ ਆ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਉਹ ਜਦੋਂ ਲੋਧੀ ਖਾਨਦਾਨ ਤੇ ਜਦੋਂ ਮੁਗਲਾਂ ਦੀ ਅਸਰ ਹੋਣ ਲੱਗ ਪਿਆ, ਆਮ ਘਰਾਂ ਵਿੱਚ ਪੰਜਾਬ ਦੇ ਜਾਂ ਹਿੰਦੂ ਜਾਂ ਜੋ ਕੁਛ ਆਪਣਾ ਉਦੋਂ ਸਮਾਜ ਸੀ ਉਹਦੇ ਵਿੱਚ ਉਹਨਾਂ ਦੀ ਬੋਲੀ ਬੋਲਣ ਲੱਗ ਪਏ ਸੀ ਲੋਕ। ਤੇ ਗੁਰੂ ਨਾਨਕ ਸਾਹਿਬ ਨੇ ਤਰਕ ਮਾਰੀ ਕਿ ਤੁਸੀਂ ਆਪਣੀ ਬੋਲੀ, ਤੁਸੀਂ ਉਹਨਾਂ ਦੀ ਬੋਲੀ ਕਿਉਂ ਬੋਲ ਰਹੇ? ਅੰਤਰ ਪੂਜਾ ਪੜ੍ਹੇ ਕਿਤੇ ਸੰਗਤ ਤੁਰਕਾਂ ਪਾਈ ਛੋਟੀ ਦੇ ਪਖੰਡਾ ਹਰਜਾ। ਉਹ ਜਦੋਂ ਇਹ ਤਰਕਾਂ ਮਾਰੀਆਂ ਵੀ ਆਪਣੀ ਮਾਂ ਬੋਲੀ ਜਿਹੜੀ ਆ ਤੁਸੀਂ ਉਹ ਨਾ ਗਵਾਓ। ਮੈਂ ਇਹ ਸਾਰੀ ਪੰਜਾਬੀ ਕਮਿਊਨਿਟੀ ਨੂੰ ਮੈਂ ਬੇਨਤੀ ਕਰੂੰਗਾ ਤੇ ਪੰਜਾਬ ਦੇ ਵਿੱਚ ਜੋ ਪੰਜਾਬੀ ਦਾ ਕਾਂਡ ਪਿਛਲੇ 20-25 ਸਾਲਾਂ 'ਚ ਹੋਇਆ, ਆਪਾਂ ਉਹਦੇ ਵੇਲੇ ਵੀ ਉਹਦੇ ਬਾਰੇ ਵੀ ਚਿੰਤਤ ਹੋਈਏ, ਉਹਦੇ ਬਾਰੇ ਕੁਛ ਕਰੀਏ ਤਾਂ ਕਿ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ ਆ ਉਹ ਗੁਰਮੁਖੀ ਵਿੱਚ ਆ, ਤੇ ਉਹ ਬਾਣੀ ਜਿਹੜੀ ਹੈ ਜਿਸ ਬੋਲੀ ਵਿੱਚ ਲਿਖੀ ਜਾਂਦੀ ਆ ਉਹਦੇ ਵਿੱਚ ਹੀ ਉਹਦਾ ਅਸਰ ਜ਼ਿਆਦਾ ਹੁੰਦਾ। ਜਦੋਂ ਤਜਰਬਾ ਕਰਦੇ ਆ ਉਹਦੇ ਵਿੱਚ ਫਿਰ ਆਪਣੀ ਗੱਲ ਉਹ ਨਹੀਂ ਬਣਦੀ। ਗੁਰੂ ਨਾਨਕ ਸਾਹਿਬ ਦੀ ਬੋਲੀ ਗੁਰਮੁਖੀ ਪੰਜਾਬੀ ਆ। ਪੰਜਾਬੀਓ, ਮੈਂ ਸਾਰੇ ਸਿੱਖ ਜਗਤ ਨੂੰ ਕਹਿੰਦਾ ਆਪਣੀ ਮਾਂ ਬੋਲੀ ਲਈ ਪਿਆਰ ਕਰੀਏ, ਉਹਦੇ ਲਈ ਖੜੀਏ
ਤੇ ਜੋ ਪੰਜਾਬ 'ਚ ਕੋਸ਼ਿਸ਼ਾਂ ਹੋ ਰਹੀਆਂ ਉਹਨਾਂ ਵਿੱਚ ਆਪਣਾ ਹਿੱਸਾ ਪਾਈਏ ਤਾਂ ਕਿ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਸਾਰੇ ਸੰਸਾਰ ਵਿੱਚ ਪਹੁੰਚਾ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਚੜ੍ਹਦੀ ਕਲਾ ਤੁਹਾਨੂੰ ਜੀ। ਧੰਨਵਾਦ ਜੀ। ਗੁਰਮੁਖ ਸਿੰਘ ਦਿਓ। ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਦੇਖੋ ਤਾਂ ਚਲੋ ਮੈਂ ਇਸ ਤਰੀਕੇ ਨਾਲ ਹਰ ਇੱਕ ਦਾ ਆਪਣਾ ਵੀ ਜਦੋਂ ਬੰਦੇ 'ਚ ਨੁਕਤੀ ਤਬਦੀਲੀ ਆਉਂਦੀ ਹੈ ਕਿਸੇ ਚੀਜ਼ ਦੇ ਨਾਲ ਉਹਦੇ ਲਈ ਉਹ ਸ਼ੱਕ ਪਾਇਆ ਜਾਂ ਕਰਾਮਾਤ ਆ ਉਹ ਉਹੀ ਸਮਝ ਸਕਦਾ ਆ ਜਿਹਦੇ ਉੱਤੇ ਜਾਂ ਆਪਾਂ ਇਤਿਹਾਸ ਤੌਰ ਤੇ ਜੋ ਵਰਤਾਰੇ ਹੁੰਦੇ ਆ 1.25 ਲੱਖ ਨਾਲ ਬੰਦੇ ਦੀ ਲੜਦੇ ਜਾਂ ਸ਼ਹਾਦਤਾਂ ਦੇਣ ਵਾਲੇ ਉਹ ਆਮ ਵਿਅਕਤੀ ਲਈ ਨਹੀਂ ਕਰਾਮਾਤ ਹੋ ਸਕਦੀ ਕਿਉਂਕਿ ਜਦੋਂ ਆਪਾਂ ਮਨੁੱਖੀ ਤਰਕਾਂ ਦੇ ਆਧਾਰ ਤੇ ਸੋਚਦੇ ਆ ਉਹ ਚਲੋ ਇੱਕ ਮੈਂ ਤਾਂ ਕਿਹਾ ਕਿ ਮੈਂ ਉਹ ਬਲਵੰਤ ਸਿੰਘ ਹੁਣਾਂ ਵਾਲਾ ਐਗਰੀ ਨਹੀਂ ਹੈਗਾ ਤੇ ਉਹਨਾਂ ਲਈ ਆਪਣੇ ਹੋ ਸਕਦਾ ਕਿਉਂਕਿ ਅਸੀਂ ਤਾਂ ਸਾਡੇ ਕੋਲ ਇਤਿਹਾਸ ਦੀਆਂ ਅੱਜ ਵੀ ਉਦਾਹਰਨਾਂ ਪਈਆਂ ਜਿਹੜੇ ਸਾਡੇ ਅੱਜ ਵੀ ਸਿੰਘ ਜੇਲ੍ਹਾਂ 'ਚ ਬੈਠੇ ਫਾਂਸੀਆਂ ਤੇ ਚੜ੍ਹੇ ਆ ਜਾਂ ਤਰਲੇ ਉਹ ਕਰਾਮਾਤ ਹੀ ਆ ਸਾਡੇ ਲਈ ਵੀ ਉਹਨਾਂ ਨੂੰ ਕੋਈ ਡੋਲ ਮਾੜੀ ਮੋਟੀ ਵੀ ਡੋਲਦੇ ਨਹੀਂ ਉਹ ਨਹੀਂ ਤੇ ਇੱਥੇ ਬੰਦੇ ਮਾੜੀ ਮੋਟੀ ਤੁਹਾਡੇ ਸਾਹਮਣੇ ਚੀਜ਼ਾਂ ਤੋਂ ਡੋਲ ਜਾਂਦੇ ਹੁੰਦੇ ਇਹ ਕੋਈ ਕਰਾਮਾਤ ਤੋਂ ਘੱਟ ਨਹੀਂ ਹੁੰਦੀ। ਐਨੀਵੇ ਇੱਕ ਹੋਰ ਚੀਜ਼ ਤਾਂ ਨਾ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕੀਤੀ ਜਾਂਦੀ ਜਦੋਂ ਆਪਾਂ ਗੱਲ ਮੈਂ ਤਾਂ ਦੁਨਿਆਵੀ ਤੌਰ ਤੇ ਜੇ ਗੱਲ ਕਰਦਾ ਸਮਝਦਾ ਵੀ ਉਹਨਾਂ ਦੇ ਰਾਜ ਪ੍ਰਬੰਧ ਦੀ ਗੱਲ ਬਹੁਤ ਘੱਟ ਕੀਤੀ ਜਾਂਦੀ ਹੈ। ਤੁਸੀਂ ਕੱਲ ਸੈਮੀਨਾਰ ਦੀ ਵੀ ਗੱਲ ਕੀਤੀ ਆ ਵੀ ਉਹ ਜਦੋਂ ਇੱਥੇ ਜਿਹੜੇ ਮਾਡਰਨ ਅੱਜ ਦੇ ਸਟੇਟ ਦੇ ਪ੍ਰਬੰਧ ਆ ਭਾਵੇਂ ਕਿਸੇ ਤਰ੍ਹਾਂ ਦਾ ਵੀ ਆ ਉਹਨੂੰ ਚੈਲੰਜ ਕੋਈ ਕਰਦਾ ਨਹੀਂ। ਉਹ ਰਾਜਨੀਤਿਕ ਵੀ ਉੱਥੇ ਹੁੰਦੇ ਆ, ਉਹ ਸਕਾਲਰ ਵੀ ਉੱਥੇ ਹੁੰਦੇ ਆ। ਉਹ ਗੁਰੂ ਨਾਨਕ ਪਾਤਸ਼ਾਹ ਦੇ ਜਾਂ ਉਹ ਸਾਡੇ ਕਰੈਕਟਰ ਦੇ ਵਿੱਚ ਆਮ ਲੋਕਾਂ ਦੇ ਕਰੈਕਟਰ 'ਚ ਕਮੀ ਕਰ ਦਿੰਦੇ ਆ ਵੀ ਚਲੋ ਠੀਕ ਹੈ ਕਿਉਂਕਿ ਆਮ ਲੋਕ ਤਾਂ ਕਿਸੇ ਦੇਵੀ ਸ਼ਰਧਾ ਦੇ ਨਾਲ ਕਿਤੇ ਨਾ ਕਿਤੇ ਜੁੜੇ ਹੁੰਦੇ। ਤੁਹਾਡੇ ਸਾਹਮਣੇ ਕਿੱਦਾਂ ਹੁਣ ਇੱਥੇ ਪਮਾੜਾਂ ਦਾ ਹੋਵੇ ਜਾਂ ਕਿਸਾਨ ਸੰਘਰਸ਼ 'ਚ ਹੋਵੇ ਉਹ ਗੁਰੂ ਨਾਨਕ ਪਾਤਸ਼ਾਹ ਦਾ ਪੰਥ ਹੀ ਆ ਮੰਨ ਲਓ ਕਿਸੇ ਨਾ ਕਿਸੇ ਰੂਪ 'ਚ ਖੜਾ ਆ। ਅਦਰਵਾਈਜ਼ ਉਹ ਮੰਨ ਲਓ ਉਹ ਸਟੇਟ ਨੂੰ ਨਹੀਂ ਉਸ ਤਰੀਕੇ ਨਾਲ ਚੈਲੰਜ ਕਰਦੇ ਜਦੋਂ ਸਾਨੂੰ ਹੀ ਸਿੱਖਿਆ ਦੇ ਰਹੇ ਹੁੰਦੇ ਮੇਰਾ ਕਹਿੰਦਾ ਆਮ ਲੋਕਾਂ ਨੂੰ ਜਦੋਂ ਕਿ ਉਹਨਾਂ ਨੂੰ ਸੱਤਾ ਨੂੰ ਇਹ ਸਵਾਲ ਕਰਨਾ ਚਾਹੀਦਾ ਵੀ ਜੇ ਸੱਤਾ ਨੇ ਸਾਰੀਆਂ ਚੀਜ਼ਾਂ ਤੇ ਕੰਟਰੋਲ ਕੀਤਾ ਆ ਫਿਰ ਉਹ ਕਿਉਂ ਨਹੀਂ ਉਹ ਸਰਵ ਕਰਦੀ ਜਿਹਦੇ ਕੋਲ ਸਭ ਤੋਂ ਵੱਡੀ ਤਾਕਤ ਆ ਭਾਵੇਂ ਮੰਨ ਲਓ ਕੈਨੇਡੀਅਨ ਸਟੇਟ ਹੈ ਜਾਂ ਇੰਡੀਅਨ ਸਟੇਟ ਜਾਂ ਕੋਈ ਵੀ ਆ ਜੇ ਜਾਂ ਕੋਈ ਰਾਜਨੀਤਿਕ ਤੌਰ ਤੇ ਜਾਂ ਕੋਈ ਕਿਸੇ ਸੰਸਥਾ ਦਾ ਮੁਖੀ ਬਣ ਗਿਆ ਵੀ ਉਹ ਮੰਨ ਲਓ ਕਿਉਂ ਨਹੀਂ ਸਰਵ ਕਰਦਾ ਕਿਉਂਕਿ ਆਮ ਤੁਸੀਂ ਕਹਿ ਲਓ ਇੱਥੇ ਹੁਣ ਕਿਸੇ ਨੇ ਲੋਕਾਂ ਨੇ ਝੱਟ ਮੰਨ ਲਓ ਆਪਣੀ ਕਿਰਤ ਕਮਾਈ ਜੋ ਵੀ ਦਸਵੰਧ ਆ ਸਰਵ ਕਰ ਦੇਣਾ। ਇੱਕ ਜਿਹੜੀ ਉਹ ਭਾਈ ਹੁਣੀ ਪਹਿਲਾਂ ਗੱਲ ਕੀਤੀ ਮੈਨੂੰ ਬਹੁਤ ਵਧੀਆ ਲੱਗੀ ਬੋਲੀਆਂ ਦੇ ਦੁਨੀਆ ਦੇ ਵਿੱਚ ਕਿਸੇ ਕੋਲ ਕੋਈ ਐਗਜ਼ਾਮਪਲ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਇੱਕ ਗੁਰਮੁਖੀ ਲਿਪੀ ਦੇ ਵਿੱਚ ਉਸ ਖਿੱਤੇ ਦੀਆਂ ਸਾਰੀਆਂ ਬੋਲੀਆਂ ਸੰਭਾਲੀਆਂ ਸਾਰੇ ਰਾਗ ਤੁਸੀਂ ਦੇਖੋ ਜਿੱਥੇ ਭਗਤ ਸਦਨਾ ਜੀ ਬੈਠੇ ਆ ਭਗਤ ਧੰਨਾ ਜੀ ਭਗਤ ਕਬੀਰ ਜੀ ਭਗਤ ਨਾਮਦੇਵ ਤੇ ਮੰਨ ਲਓ ਉਹਨਾਂ ਦੀਆਂ ਵੱਖ-ਵੱਖ ਬੋਲੀਆਂ ਆ ਉਹਨਾਂ ਨੂੰ ਇੱਕ ਸਕ੍ਰਿਪਟ ਨੇ ਸਤਿਕਾਰ ਦਿੱਤਾ ਗੁਰਮੁਖੀ ਲਿਪੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੰਨ ਲਓ ਉਸ ਖਿੱਤੇ ਦੀ ਸਾਡੇ ਦੀ ਰੱਖ ਲਓ ਵੀ ਕਈ ਵਾਰੀ ਅਸੀਂ ਇਹਨੂੰ ਕਹਿ ਦਿੰਦੇ ਆ ਵੀ ਉਹ ਜੀ ਸਿੱਖੀ ਨਾਲ ਜੋੜ ਦਿੱਤੀ ਕਰਕੇ ਪੰਜਾਬੀ ਨੂੰ ਤਾਂ ਆ ਜਦੋਂ ਕਿ ਉਸ ਲਿਪੀ ਨੇ ਹੀ ਤਾਂ ਸਾਰਿਆਂ ਨੂੰ ਸਤਿਕਾਰ ਦਿੱਤਾ। ਉੱਥੇ ਨਾ ਤਾਂ ਦੇਵਨਾਗਰੀ ਨੇ ਅੱਜ ਤੱਕ ਉਹ ਸਤਿਕਾਰ ਦਿੱਤਾ ਨਾ ਇੱਥੇ ਆਪਾਂ ਅੰਗਰੇਜ਼ੀ ਵੀ ਰੋਮਨ ਵੀ ਆਪਣੇ ਕੋਲ ਆ ਇਹਨਾਂ ਨੇ ਤਾਂ ਦੂਜਿਆਂ ਨੂੰ ਮੰਨ ਲਓ ਜਿੰਨੇ ਵੀ ਸਾਰਿਆਂ ਦੀਆਂ ਨਸਲਕੁਸ਼ੀਆਂ ਕੀਤੀਆਂ ਮੰਨ ਲਓ ਸੱਭਿਆਚਾਰ ਦੀ ਜਿਹੜੇ ਦੂਜੇ ਖਿੱਤਿਆਂ ਦੀ ਹੁਣ ਉੱਥੇ ਆਪਣੇ ਖਿੱਤੇ ਦੇ ਵਿੱਚ ਅੱਗੇ ਉਰਦੂ ਚਲੋ ਪੜ੍ਹਾਈ ਜਾਂਦੀ ਸੀ ਤੁਸੀਂ 60-70 ਸਾਲਾਂ 'ਚ ਦੇਖ ਲਓ ਵੀ ਅੱਜ ਪੰਜਾਬ ਚੜ੍ਹਦੇ ਦੇ ਵਿੱਚ ਉਰਦੂ ਦਾ ਨਾਮੋ ਨਿਸ਼ਾਨ ਨਹੀਂ ਲੱਭਦਾ। ਜੇ ਗੁਰਮੁਖੀ ਲਿਪੀ ਸਾਡੇ ਕੋਲ ਨਾ ਹੁੰਦੀ ਗੁਰੂ ਸਾਹਿਬਾਨ ਨਾ ਹੁੰਦੇ ਤੇ ਗੁਰਮੁਖੀ ਜਿਹੜੀ ਪੰਜਾਬੀ ਆ ਇਹ ਅੱਜ ਤੱਕ ਦੇਵਨਾਗਰੀ 'ਚ ਹੋ ਨਹੀਂ ਜਾਣੀ ਕਿ ਸਾਰਿਆਂ ਨੂੰ ਪਤਾ ਹੀ ਹੋ ਜਾਣੀ ਸੀ ਕਿਉਂਕਿ ਜਦੋਂ ਜਿਹੜਾ ਸਟੇਟ ਵਰਗਾ ਜਿਹੜੀ ਸੱਤਾ ਦਾ ਜਿੰਨਾ ਚਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਜਿਹੜਾ ਕਿਹਾ ਨਾ ਜਿੰਨਾ ਚਿਰ ਉਹ ਪ੍ਰਬੰਧ ਨਹੀਂ ਪ੍ਰਗਟ ਹੁੰਦਾ ਨਾ ਇਹ ਜਿਹੜੇ ਵਿਪਰ ਪ੍ਰਬੰਧਾਂ ਨੂੰ ਚੈਲੰਜ ਕਰਕੇ ਉਹਨਾਂ ਚਿਰ ਸਾਨੂੰ ਮੇਰੇ ਖਿਆਲ ਨਾਲ ਉਹਦੀ ਗੱਲ ਬਰਾਬਰ ਤੇ ਕਰਨੀ ਚਾਹੀਦੀ। ਜੇ ਅਸੀਂ ਲੰਗਰਾਂ ਦੀ ਗੱਲ ਕਰਦੇ ਹਾਂ ਜਾਂ ਅਸੀਂ ਸੇਵਾ ਦੀ ਗੱਲ ਕਰਦੇ ਹਾਂ ਜਿਹੜੀ ਰਾਜ ਦੀ ਸੇਵਾ ਆ ਉਹ ਬਰਾਬਰ ਤੇ ਹੋਣੀ ਚਾਹੀਦੀ ਉਹ ਨਹੀਂ ਹੁੰਦੀ ਉਹ ਬਹੁਤ ਘੱਟ ਲੋਕ ਕਰਦੇ ਆ ਜਾਂ ਤੁਸੀਂ ਵੀ ਦੇਖਿਓ ਵੀ ਮੈਂ ਖਾਸ ਕਰਕੇ ਉਹਨਾਂ ਸਕਾਲਰਾਂ ਨੂੰ ਤੇ ਉਹਨਾਂ ਰਾਜਨੀਤਿਕਾਂ ਨੂੰ ਜ਼ਰੂਰ ਕਹਿਣਾ ਵੀ ਜੇ ਤੁਸੀਂ ਉਹ ਨਹੀਂ ਗੱਲ ਕਰਦੇ ਤੇ ਤੁਸੀਂ ਧਰਮ ਦੀ ਨਹੀਂ ਤੁਸੀਂ ਉਹ ਰਾਜਨੀਤੀ ਨੂੰ ਵੀ ਧੰਦਾ ਬਣਾਉਂਦੇ ਆ ਤੁਸੀਂ ਆਪਣੀ ਸਕਾਲਰ ਜਾਂ ਤੁਹਾਡੀ ਵਿਦਵਾਨੀ ਨੂੰ ਵੀ ਧੰਦਾ ਬਣਾ ਰਿਹਾ ਤੇ ਉਹ ਧੰਦਾ ਨਹੀਂ ਕਰਨਾ ਚਾਹੀਦਾ। ਘੱਟੋ ਘੱਟ ਉਹ ਰਾਜ ਦੀ ਗੱਲ ਕਰੋ ਵੀ ਗੁਰੂ ਨਾਨਕ ਪਾਤਸ਼ਾਹ ਦਾ ਰਾਜ ਕਿਹੋ ਜਿਹਾ ਆ ਕੀ ਅੱਜ ਦੀਆਂ ਇਹ ਵਰਤਮਾਨ ਪ੍ਰਬੰਧ ਉਹ ਰਾਜ ਦੇ ਲਾਗੇ ਛਾਗੇ ਹੈਗੇ ਜੇ ਨਹੀਂ ਹੈਗੇ ਤਾਂ ਉਹਦਾ ਬਦਲ ਕੀ ਆ ਕਿਵੇਂ ਹੋ ਸਕਦਾ ਇਹ ਤੇ ਮੇਰੇ ਖਿਆਲ ਨਾਲ ਡਿਸਕਸ਼ਨ ਹੋਵੇ ਤਾਂ ਵਧੀਆ ਗੱਲ ਆ। ਧੰਨਵਾਦ ਜੀ। ਸਰ ਜਗਮੇਲ ਸਿੰਘ ਖਾਲਸਾ ਜੀ ਲਾਈਨ ਨੰਬਰ 2। ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲੇ ਕਾਲੇ ਸਾਹਿਬਾਨ ਨੇ ਬਹੁਤ ਕੁਝ ਕਹਿਤਾ ਪਰ ਮੈਂ ਤਾਂ ਥੋੜੇ ਜਿਹੇ ਲਫ਼ਜ਼ਾਂ 'ਚ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਮਿਸ਼ਨ ਤਾਂ ਪੂਰਾ ਹੁੰਦਾ ਜੇ ਭਾਈ ਮਰਦਾਨਾ ਜਿਹਨਾਂ ਨੂੰ ਗੁਰੂ ਸਾਹਿਬ ਨੇ ਪਾਤਸ਼ਾਹ ਨੇ ਭਾਈ ਦਾ ਖਿਤਾਬ ਦਿੱਤਾ ਭਾਈ ਕਰਕੇ ਇੱਕ ਜਾਣਿਆ ਤੁਸੀਂ ਇਹ ਅੰਦਾਜ਼ਾ ਲਾਓ ਉਹ ਸੋਚਿਆ
ਕਿ ਮੈਂ ਡੂਮ ਹੋ ਕੇ ਮੈਂ ਭਾਈ ਹਾਂ ਗੁਰੂ ਨਾਨਕ ਪਾਤਸ਼ਾਹ ਦਾ। ਚਲੋ ਨਾਲ ਨੇ ਜਿੱਥੇ ਜਿੱਥੇ ਵੀ ਗਏ, ਬੀਆਬਾਨ, ਜੰਗਲਾਂ ਦੇ ਵਿੱਚ, ਸਮੁੰਦਰ ਵਿੱਚ, ਕਿਤੇ ਵੀ ਕਹਿ ਲਓ, ਤਾਂ ਭਾਈ ਮਰਦਾਨੇ ਨੇ ਸਾਥ ਜਿਹੜਾ ਨਿਭਾਇਆ। ਔਰ ਬੜੀ ਗੱਲ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ 28,000 ਮੀਲ ਦੇ ਪਹਿਲੇ ਵਿੱਚ ਜਿਹੜਾ ਕਦਮ ਕਦਮ ਚੱਲ ਕੇ ਗਾਇਆ ਨਾ, ਲੋਕਾਂ ਨੂੰ ਭਰਮਾਂ, ਵਹਿਮਾਂ ਤੇ ਜਿਹੜੇ ਹੋਰ ਇਹੋ ਜਿਹੇ ਅਡੰਬਰ ਸੀਗੇ ਉਹਦੇ ਚੋਂ ਬਾਹਰ ਕੱਢਿਆ ਤੇ ਜਾਬਰ ਨੂੰ ਜਾਬਰ ਕਿਹਾ, ਕੋਈ ਨਹੀਂ ਗੱਲ। ਤੇ ਦਇਆਵਾਨ ਨੂੰ ਦਇਆਵਾਨ ਦੀ ਉਹਦੀ ਸਿਫਤ ਵੀ ਕੀਤੀ। ਤੇ ਸਵਾਲ ਇਹ ਹੈ ਕਿ ਉੱਥੇ ਇਹ ਗੱਲ ਨਿਤਾਰਤੀ ਉਹਨਾਂ ਨੇ ਕਿ ਜਿਹੜੀ ਦਸਾਂ ਨਹੁੰ ਦੀ ਕਿਰਤ ਹੈ ਨਾ, ਉਹ ਤੁਹਾਡੀ ਸਫਲ ਹੈ। ਇਹ ਹੁਣ ਮੈਨੂੰ ਉਹ ਕਹਿਣ ਦੀ ਜ਼ਰੂਰਤ ਨਹੀਂ ਕਿ ਮਲਕ ਭਾਗੋ ਦੇ ਮੂਹਰੇ ਅੱਜ ਦਾ ਸਮਾਜ ਖੜਾ ਹੈ ਤੇ ਭਾਈ ਲਾਲੋ ਦੇ ਘਰ ਤਾਂ ਕੋਈ ਜਾਂਦਾ। ਤੇ ਇਸੇ ਤਰ੍ਹਾਂ ਇਹ ਕਹਿ ਲਓ ਕਿ ਗੁਰੂ ਸਾਹਿਬ ਨੇ ਚਾਹੇ ਪੋਲੀਟੀਕਲ ਹੈ, ਚਾਹੇ ਸੋਸ਼ਲ ਹੈ, ਚਾਹੇ ਜੀਓਗ੍ਰਾਫੀਕਲ ਹੈ, ਚਾਹੇ ਸਾਇੰਸ ਦਾ ਸਵਾਲ ਹੈ, ਸਾਰੀ ਚੀਜ਼ ਤੇ ਚਾਨਣਾ ਪਾਇਆ। ਬਸ ਇੰਨਾ ਹੀ ਕਹਿਣਾ। ਥੈਂਕ ਯੂ। ਧੰਨਵਾਦ ਜੀ। ਸਰ ਹਰਨੇਕ ਸਿੰਘ ਬਾਜਵਾ ਜੀ, ਲਾਈਨ ਨੰਬਰ 3। ਸਤਿ ਸ੍ਰੀ ਅਕਾਲ ਜੀ ਗੱਲ ਸਾਹਿਬ ਜੀ। ਸਤਿ ਸ੍ਰੀ ਅਕਾਲ ਭਾਈ ਜੀ। ਮੈਂ ਤਾਂ ਇੰਨੀ ਦੱਸਣਾ ਸੀਗਾ ਵੀ ਤੁਹਾਡਾ ਪ੍ਰੋਗਰਾਮ ਅੱਜ ਤਾਂ ਬਹੁਤ ਸੋਹਣਾ ਲੱਗਿਆ, ਬਹੁਤ ਕੁਝ ਸੁਣਨ ਨੂੰ। ਧੰਨਵਾਦ ਜੀ। ਤੇ ਮੈਂ ਕਿਹਾ ਵੀ ਆਪਾਂ ਵੀ ਬਾਬੇ ਨਾਨਕ ਦੇ ਇਹਦੇ ਸਾਥੀ ਦੇ ਨਾਲ ਤੇ ਗਿੱਲ ਸਾਹਿਬ ਦਾ ਧੰਨਵਾਦ ਕਰੀਏ, ਇਸ ਹਿੱਸਾ ਪਾਈਏ। ਬਸ ਮੈਂ ਤਾਂ ਇੰਨੇ ਕੁਝ ਕਹਿਣਾ ਸੀ। ਬਹੁਤ ਵਧੀਆ। ਧੰਨਵਾਦ ਜੀ ਬਾਜਵਾ ਜੀ, ਬਹੁਤ।